101 का सफा। मेरी आवाज सुन रही है जी? हाँ जी, सुन दी। हाँ जी। प्रभु यीशु का जन्म ਉਹਨਾਂ ਦਿਨਾਂ ਵਿੱਚ ਰੋਮੀ ਕੈਸਰ ਅਗਸਤਸ ਨੇ ਇਹ ਆਗਿਆ ਦਿੱਤੀ ਕਿ ਉਸ ਦੇ ਸਾਰੇ ਸਾਮਰਾਜ ਦੇ ਨਾਗਰਿਕਾਂ ਦੀ ਜਨਗਣਨਾ ਕੀਤੀ ਜਾਵੇ। ਉਸ ਦੇ ਰਾਜਕਾਲ ਵਿੱਚ ਇਹ ਪਹਿਲੀ ਜਨਗਣਨਾ ਸੀ। ਉਸ ਸਮੇਂ ਕ੍ਰੇਨੀਅਸ ਸੂਰੀਆ ਦਾ ਰਾਜਪਾਲ ਸੀ। ਸਾਰੇ ਲੋਕੀ ਜਨਗਣਨਾ ਦੇ ਲਈ ਆਪਣੇ ਆਪਣੇ ਨਗਰ ਨੂੰ ਗਏ। ਯੂਸਫ ਦਾਊਦ ਦੀ ਕੁੱਲ ਵਿੱਚੋਂ ਸੀ, ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਨਗਰ ਬੈਤਲਹਮ ਨੂੰ ਗਿਆ। ਯੂਸਫ ਆਪਣੇ ਨਾਲ ਆਪਣੀ ਮੰਗੇਤਰ ਮਰੀਅਮ ਨੂੰ ਵੀ ਜਨਗਣਨਾ ਦੇ ਲਈ ਲੈ ਗਿਆ। ਮਰੀਅਮ ਗਰਭਵਤੀ ਸੀ। ਜਦੋਂ ਅਜੇ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰੀਅਮ ਦਾ ਜਨਮ ਦਾ ਸਮਾਂ ਪੂਰਾ ਹੋ ਗਿਆ। ਇਸ ਲਈ ਉਸਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਉਸਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਹੀਂ ਮਿਲੀ ਸੀ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਪ੍ਰਭੂ ਦਾ ਸ਼ੁਕਰ ਕਰਦੇ। ਇਸ ਵਚਨ ਦੇ ਹਿੱਸੇ ਦੇ ਵਿੱਚ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਆਇਆ ਤੇ ਸਾਨੂੰ ਇੱਕ ਐਸੀ ਜਗ੍ਹਾ ਦਿਖਾਈ ਗਈ ਆ ਕਿ ਜਿਹੜੀ ਇੱਕ ਦੁਨੀਆ ਦੇ ਜਿਹੜੇ ਰਾਜੇ ਜੰਮਦੇ ਉਹ ਮਹਿਲਾਂ ਦੇ ਵਿੱਚ ਜੰਮਦੇ ਆ। ਪਰ ਜਿਸ ਵੇਲੇ ਪ੍ਰਭੂ ਆਇਆ ਤਾਂ ਉਸਦਾ ਜਨਮ ਜਿਹੜਾ ਇੱਕ ਤੁਸੀਂ ਕਹ ਲਓ ਬੇਸਿਕਲੀ ਇੱਕ ਜਿੱਥੇ ਜਾਨਵਰ ਹੁੰਦੇ ਆ, ਜਿਹੜਾ ਅਸੀਂ ਜਾਨਵਰਾਂ ਦੇ ਲਈ ਜਗ੍ਹਾ ਰੱਖੀ ਹੁੰਦੀ ਕਿਉਂਕਿ ਉਹਨਾਂ ਨੂੰ ਹੋਰ ਕਿਤੇ ਜਗ੍ਹਾ ਮਿਲੀ ਨਹੀਂ ਸੀ, ਕਿਉਂਕਿ ਬਹੁਤ ਸਾਰੇ ਲੋਕ ਆਪਣੀ ਜਨਗਣਨਾ ਕਰਾਉਣ ਦੇ ਲਈ ਆ ਰਹੇ ਸੀ। ਦਾਊਦ ਦਾ ਸ਼ਹਿਰ ਤਾਂ ਛੋਟਾ ਸੀ, ਜਿੱਥੇ ਦਾਊਦ ਪੈਦਾ ਹੋਇਆ ਸੀ ਪਹਾੜੀਆਂ ਦੇ ਵਿੱਚ ਉਹ ਸ਼ਹਿਰ ਸੀਗਾ। ਛੋਟਾ ਜਿਹਾ ਪਿੰਡ ਸੀਗਾ, ਹਾਲੇ ਵੀ ਛੋਟਾ ਜਿਹਾ ਪਿੰਡ ਹੈ ਤੁਸੀਂ ਜਾਣਦੇ। ਲੇਕਿਨ ਉੱਥੋਂ ਜਿਹੜੇ ਲੋਕ ਸੀ ਉਹ ਬਹੁਤੇ ਉੱਠ ਕੇ ਚਲੇ ਗਏ ਸੀ ਦੂਸਰੀਆਂ ਜਗ੍ਹਾਵਾਂ ਦੇ ਕੰਮਾਂ ਦੇ ਲਈ, ਹੋਰ ਬਾਕੀ ਦੀਆਂ ਚੀਜ਼ਾਂ ਦੇ ਲਈ, ਜ਼ਮੀਨਾਂ ਬਾਹਰ ਜਾ ਕੇ ਉਹਨਾਂ ਨੂੰ ਹੋਰ ਲੈ ਲਈਆਂ ਸੀਗੀਆਂ। ਸੋ ਇਸ ਤਰ੍ਹਾਂ ਲੋਕ ਉੱਥੋਂ ਨਿਕਲਦੇ ਤੁਰੇ ਜਾਂਦੇ ਹੁੰਦੇ ਸੀ। ਔਰ ਜਿਸ ਵੇਲੇ ਜਨਗਣਨਾ ਹੋਈ ਤੇ ਹਰ ਇੱਕ ਨੂੰ ਆਪਣੇ ਡਿਸਟ੍ਰਿਕਟ ਦੇ ਵਿੱਚ ਜਾਣਾ ਪਿਆ। ਔਰ ਇਹ ਜਨਗਣਨਾ ਦਾ ਬੇਸਿਕਲੀ ਜਿਹੜਾ ਮਤਲਬ ਸੀਗਾ ਕਿ ਉਹ ਪ੍ਰੋਪਰਲੀ ਟੈਕਸ ਲੈ ਸਕੇ। ਰੋਮਨਸ ਨੂੰ ਟੈਕਸ ਦਾ ਬਹੁਤ ਹੁੰਦਾ ਸੀ ਕਿ ਉਹਨਾਂ ਨੇ ਟੈਕਸ ਕਿਸ ਤਰ੍ਹਾਂ ਇਕੱਠਾ ਕਰਨਾ। ਲੇਕਿਨ ਜਿਹੜੀਆਂ ਦੋ ਚੀਜ਼ਾਂ ਮੈਂ ਇੱਥੇ ਅਸੀਂ ਦੇਖਣੀਆਂ ਮੰਗਦੇ ਹਾਂ ਕਿ ਲਗਾਤਾਰ ਇੱਕ ਚੀਜ਼ ਦੀ ਦੇਖੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਦੇ ਪਏ ਹਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਹਿਸ ਹੋ ਰਹੀ ਆ ਤੇ ਹਮੇਸ਼ਾ ਗੱਲ ਇੱਥੇ ਆ ਕੇ ਉਹ ਮੁਕਾ ਲੈਂਦੇ ਆ ਕਿ ਯਿਸੂ ਨੇ ਤਾਂ ਪੈਦਾ ਹੋਣਾ ਸੀਗਾ ਬੈਤਲਹਮ ਦੇ ਵਿੱਚ, ਪਰ ਇਹ ਯਿਸੂ ਜਿਹੜਾ ਆ ਰਿਹਾ ਹੈਗਾ ਇਹ ਤਾਂ ਆ ਰਿਹਾ ਨਾਜ਼ਰਤ ਤੋਂ। ਸੋ ਯਿਸੂ ਪੈਦਾ ਬੈਤਲਹਮ ਦੇ ਵਿੱਚ ਹੀ ਹੋਇਆ, ਪਰ ਉਹਨਾਂ ਦਾ ਜਿਹੜਾ ਵਸੇਵਾ ਸੀ ਉਹ ਨਾਜ਼ਰਤ ਦੇ ਵਿੱਚ ਸੀ। ਪੈਦਾ ਉਹ ਦਾਊਦ ਦੇ ਘਰ, ਦਾਊਦ ਦੇ ਪਿੰਡ ਦੇ ਵਿੱਚ, ਔਰ ਜਿੱਥੇ ਰਾਖੇਲ ਜਾਂ ਰੇਚਲ ਨੂੰ ਦੱਬਿਆ ਸੀ, ਜਿਹੜੀ ਇਜ਼ਰਾਈਲ ਦੀ ਜਿਹੜੀ ਪਤਨੀ ਸੀ, ਯਾਕੂਬ ਦੀ ਜਿਹੜੀ ਛੋਟੀ ਪਤਨੀ ਸੀ, ਜਿਸ ਨੂੰ ਉੱਥੇ ਦੱਬਿਆ ਆ, ਹਾਲੇ ਵੀ ਉਸਦੀ ਕਬਰ ਉੱਥੇ ਹੈਗੀ ਆ। ਉਸ ਇਲਾਕੇ ਦੇ ਵਿੱਚ ਜਾ ਕੇ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ। ਮੇਰੇ ਨਾਲ ਹੁਣ ਅਸੀਂ ਅਗਲਾ ਹਿੱਸਾ ਛੱਡ ਜਾਵਾਂਗੇ, ਇਸ ਨੂੰ ਅਸੀਂ ਕੱਲ ਨੂੰ ਦੇਖਾਂਗੇ ਕਿਉਂਕਿ ਕੱਲ ਨੂੰ ਅਸੀਂ ਇਹ ਦੇਖਾਂਗੇ ਕਿ ਸਵਰਗ ਤੋਂ ਕਿਹੜੀਆਂ ਚੀਜ਼ਾਂ ਥੱਲੇ ਨੂੰ ਆ ਰਹੀਆਂ। ਅੱਜ ਅਸੀਂ ਧਰਤੀ ਤੇ ਉਹਨਾਂ ਲੋਕਾਂ ਨੂੰ ਦੇਖਾਂਗੇ ਜਿਨ੍ਹਾਂ ਨੂੰ ਪ੍ਰਭੂ ਨੇ ਦੱਸਿਆ ਕਿ ਮਸੀਹਾ ਆ ਰਿਹਾ। ਅੱਜ ਅਸੀਂ ਉਹਨਾਂ ਨੂੰ ਦੇਖਾਂਗੇ ਜਿਹੜੇ ਇੰਤਜ਼ਾਰ ਕਰਦੇ ਪਏ ਮਸੀਹਾ ਨੂੰ। ਸੋ ਅਸੀਂ 21 ਵਰਸ ਤੇ ਆ ਜਾਂਦੇ ਹਾਂ। 21 ਤੋਂ ਲੈ ਕੇ 28 ਤੱਕ ਕੋਈ ਜਾਣਾ ਇਸ ਨੂੰ ਕਰਨਾ ਪੜੇ। ਹਾਂਜੀ ਮੈਂ ਪੜ੍ਹਦੀ ਹਾਂ ਜੀ। 8 ਦਿਨਾਂ ਦੇ ਪਿੱਛੋਂ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹੀ ਨਾਂ ਸਵਰਗਦੂਤ ਨੇ ਉਸ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਮਰੀਅਮ ਨੂੰ ਦੱਸਿਆ ਸੀ। ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦਾ ਸ਼ੁੱਧੀਕਰਨ ਦਾ ਦਿਨ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਵਿੱਚ ਲੈ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਿਤ ਕਰਨ। ਪ੍ਰਭੂ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹਰ ਜੇਠਾ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਵੇ। ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ ਘੁੱਗੀਆਂ ਦਾ ਇੱਕ ਜੋੜਾ ਜਾਂ 2 ਕਬੂਤਰ ਬਲੀ ਚੜਾਏ ਜਾਣ। ਯਰੂਸ਼ਲਮ ਵਿੱਚ ਸਮਾਉਨ ਨਾਂ ਦਾ ਇੱਕ ਆਦਮੀ ਸੀ। ਉਹ ਧਰਮੀ ਅਤੇ ਪਰਮੇਸ਼ਵਰ ਤੋਂ ਡਰਨ ਵਾਲਾ ਸੀ। ਉਹ ਇਜ਼ਰਾਈਲ ਕੌਮ ਦੇ ਛੁਟਕਾਰੇ ਦੀ ਉਡੀਕ ਵਿੱਚ ਸੀ। ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ। ਪਵਿੱਤਰ ਆਤਮਾ ਨੇ ਉਸ ਉੱਤੇ
ਇਹ ਪ੍ਰਗਟ ਕੀਤਾ ਕਿ ਜਦੋਂ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਹੀਂ ਦੇਖ ਲਵੇਗਾ, ਉਸ ਦੀ ਮੌਤ ਨਹੀਂ ਹੋਵੇਗੀ। ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਸ਼ਮੌਨ ਮੰਦਿਰ ਵਿੱਚ ਆਇਆ। ਜਦੋਂ ਯਿਸੂ ਦੇ ਮਾਤਾ ਪਿਤਾ ਉਸ ਨੂੰ ਵਿਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਮੰਦਿਰ ਵਿੱਚ ਲੈ ਕੇ ਆਏ, ਤਾਂ ਸ਼ਮੌਨ ਨੇ ਬਾਲਕ ਯਿਸੂ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ, ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰ ਰਿਹਾ ਹੈ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰਿਆਂ ਦੇਸ਼ਾਂ ਦੇ ਲੋਕਾਂ ਲਈ ਤਿਆਰ ਕੀਤੀ ਹੈ। ਇਹ ਤੇਰੇ ਆਪਣੇ ਲੋਕਾਂ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ ਅਤੇ ਦੂਜੀਆਂ ਜਾਤੀਆਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ। ਯਿਸੂ ਦੇ ਬਾਰੇ ਆਮੇਨ। ਇੱਥੇ ਤੱਕ ਅੱਗੇ ਵੀ ਤੁਸੀਂ ਪੜ੍ਹਨਾ, ਪਰ ਇੱਥੇ ਤੱਕ ਅਸੀਂ ਇੱਥੇ ਥੋੜੀ ਦੇਰ ਰੁਕਾਂਗੇ। ਪ੍ਰਭੂ ਦੇ ਇਸ ਬਚਨ ਦੇ ਵਿੱਚ ਜਦੋਂ ਅਸੀਂ ਦੇਖਦੇ ਪਏ ਹਾਂ ਤੇ ਇੱਥੇ ਦੋ ਚੀਜ਼ਾਂ ਹੋ ਰਹੀਆਂ। ਪ੍ਰਭੂ ਯਿਸੂ ਮਸੀਹ ਆਪਣੀ ਮਾਂ ਦਾ ਜੇਠਾ ਪੁੱਤ, ਔਰ ਜਿਸ ਵੇਲੇ ਅਸੀਂ ਪੜ੍ਹਿਆ ਸੀ ਕਿ ਜਿਸ ਵੇਲੇ ਪ੍ਰਭੂ ਆਪਣੇ ਲੋਕਾਂ ਨੂੰ ਈਜਿਪਟ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ, ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ, ਤਾਂ ਜਿਹੜਾ ਆਖਰੀ ਮਿਰਾਕਲ ਪ੍ਰਭੂ ਨੇ ਉੱਥੇ ਕੀਤਾ ਸੀ, ਉਸੇ ਮਿਰਾਕਲ ਜਿਹੜਾ ਉੱਥੇ ਦਾ ਦੇਵਤਾ ਸੀਗਾ ਉਹਨਾਂ ਦਾ, ਜਿਹਨੂੰ ਉਹ ਸਮਝਦੇ ਸੀ ਕਿ ਉਹਦੇ ਹੱਥ ਦੇ ਵਿੱਚ ਜ਼ਿੰਦਗੀ ਆ, ਰਾਹ, ਉਹਨਾਂ ਦਾ ਜਿਹੜਾ ਆਖਰੀ ਇੱਕ ਦੇਵਤਾ ਰਹਿ ਗਿਆ ਸੀ, ਰਾਹ ਦੇ ਹੱਥਾਂ ਦੇ ਵਿੱਚ ਜ਼ਿੰਦਗੀ ਆ, ਅਕੋਰਡਿੰਗ ਟੂ ਰਜੀਆ ਅਸੀਂ ਜਿਸ ਵੇਲੇ ਪੜ੍ਹਦੇ ਹੈਗੇ ਈਜਿਪਟ ਦੀ। ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀਆਂ ਕੰਧਾਂ ਦੇ ਉੱਤੇ, ਦਰਵਾਜ਼ੇ ਦੇ ਦੋਨਾਂ ਪਾਸਿਆਂ ਦੇ ਉੱਤੇ ਥੱਲੇ ਤੁਸੀਂ, ਔਰ ਦੋਨਾਂ ਪਾਸਿਆਂ ਦੇ ਉੱਤੇ ਤੁਸੀਂ ਮੇਮਣੇ ਦਾ ਜਿਹੜਾ ਖੂਨ ਆ ਉਹ ਲਾਉਣਾ। ਔਰ ਜਿਸ ਵੇਲੇ ਮੌਤ ਦਾ ਫਰਿਸ਼ਤਾ ਈਜਿਪਟ ਦੇ ਵਿੱਚ ਦੀ ਲੰਘੇਗਾ ਤੇ ਤੁਹਾਡੀਆਂ ਜੇਠੀਆਂ ਨੂੰ ਕੁਛ ਨਹੀਂ। ਪਰ ਜਿੱਥੇ ਇਹ ਖੂਨ ਨਹੀਂ ਹੋਏ, ਜਿੱਥੇ ਇਹ ਲਹੂ ਨਹੀਂ ਹੋਏਗਾ, ਉੱਥੇ ਉਸ ਘਰ ਦਾ ਜਿਹੜਾ ਜੇਠਾ ਉਹ ਮੌਤ ਦੇ ਮੂੰਹ ਦੇ ਵਿੱਚ ਚਲਾ ਜਾਏਗਾ। ਤੇ ਫਿਰ ਜਿਹੜਾ ਰਾਜਾ ਔਰ ਉੱਥੇ ਦੇ ਲੋਕ, ਉਹ ਤੁਹਾਨੂੰ ਧੱਕੇ ਮਾਰ ਮਾਰ ਕੇ ਇੱਥੋਂ ਕੱਢਣਗੇ ਕਿ ਤੁਸੀਂ ਚਲੇ ਜਾਓ। ਜਿਹੜੇ ਤੁਹਾਨੂੰ ਜਾਣ ਨਹੀਂ ਦਿੰਦੇ, ਉਹ ਧੱਕੇ ਮਾਰ ਮਾਰ ਕੇ ਤੁਹਾਨੂੰ ਕੱਢਣਗੇ, ਔਰ ਤੁਸੀਂ ਜੋ ਉਹਨਾਂ ਕੋਲੋਂ ਮੰਗ ਲਓਗੇ ਉਹ ਤੁਹਾਨੂੰ। ਔਰ ਵਚਨ ਦੇ ਵਿੱਚ ਦੱਸਿਆ ਕਿ ਇਜ਼ਰਾਈਲੀਆਂ ਨੇ ਜਾਂਦਿਆਂ ਹੋਇਆਂ ਉਹਨਾਂ ਲੋਕਾਂ ਨੂੰ, ਮਿਸਰ ਦੀਆਂ ਲੋਕਾਂ ਨੂੰ ਲੁੱਟ ਲਿਆ, ਔਰ ਉਹ ਸਭ ਕੁਛ ਧਨ ਵਗੈਰਾ ਉੱਥੋਂ ਲੈ ਕੇ ਉਹ ਨਿਕਲਿਆ। ਪ੍ਰਭੂ ਹਮੇਸ਼ਾ ਇਹ ਕਰਦਾ, ਔਰ ਪ੍ਰਭੂ ਹਮੇਸ਼ਾ ਇਹ ਕਰਦਾ ਰਹੇਗਾ। ਅਸੀਂ ਦੇਖਾਂਗੇ ਕਿ ਪ੍ਰਭੂ ਯਿਸੂ ਦੇ ਲਈ ਵੀ, ਯਿਸੂ ਦੇ ਮਾਂ-ਬਾਪ ਦੇ ਲਈ ਵੀ ਪ੍ਰਭੂ ਨੇ ਇਹ ਕੀਤਾ। ਸੋ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਉਹਨਾਂ ਨੂੰ ਇਹ ਯਾਦ ਰੱਖਣ ਦੇ ਲਈ ਕਿ ਉਹ ਯਾਦ ਰੱਖਣ। ਸੋ ਜਿਸ ਵੇਲੇ ਉਹਨਾਂ ਦੇ ਜੇਠਾ ਪੁੱਤ ਜਨਮ ਲੈਂਦਾ ਸੀ, ਤਾਂ ਉਹਨਾਂ ਦੇ ਜੋ ਵੀ ਇਕਨੋਮਿਕ ਸਟੇਟਸ ਦੇ ਅਨੁਸਾਰ ਕਿ ਹਾਲਾਤ ਕਿੱਦਾਂ ਦੇ ਆ, ਉਹਦੇ ਅਨੁਸਾਰ ਜੇ ਕੋਈ ਗਰੀਬ ਆ ਤੇ ਉਹ ਘੁੱਗੀਆਂ ਦਾ ਜੋੜਾ ਉੱਥੇ ਲੈ ਕੇ ਆਉਂਦਾ ਸੀ, ਔਰ ਉਹ ਬੱਚੇ ਦੀ ਕੀਮਤ ਹੁੰਦੀ ਸੀ ਜਿਹੜੀ ਪ੍ਰਭੂ ਨੂੰ ਦਿੱਤੀ ਜਾਂਦੀ ਸੀ, ਔਰ ਉਹਦੀ ਜਾਨ ਵਾਪਸ ਲਈ ਜਾਂਦੀ ਸੀ। ਔਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਆਪਣੇ ਜੇਠੇ, ਹਰੇਕ ਜਾਨਵਰ ਦੇ ਜੇਠੇ ਦੇ ਨਾਲ ਵੀ ਉਹਨਾਂ ਨੂੰ ਇਸੇ ਤਰ੍ਹਾਂ ਕਰਨਾ ਪੈਂਦਾ ਸੀ। ਔਰ ਇਹ ਸਿਰਫ ਤਾਂ ਕਿ ਉਹ ਚੇਤਾ ਰੱਖਣ, ਇਸ ਦਾ ਹੋਰ ਕੁਛ ਮਤਲਬ ਨਹੀਂ ਸੀ, ਇਹਦਾ ਇੱਕੋ ਹੀ ਮਤਲਬ ਸੀ ਕਿ ਪ੍ਰਭੂ ਦੇ ਲੋਕ ਇਸ ਚੀਜ਼ ਨੂੰ ਚੇਤਾ ਰੱਖਣ ਕਿ ਮੈਂ ਉਹ ਪ੍ਰਭੂ ਹਾਂ ਜਿਹੜਾ ਇਹਨਾਂ ਨੂੰ ਮਿਸਰ ਦੇ ਵਿੱਚੋਂ ਕੱਢ ਕੇ ਲਿਆ, ਔਰ ਇਹਨਾਂ ਨੂੰ ਮੈਂ ਇੱਥੇ, ਇਹ ਜੋ ਧਰਤੀ ਇਹਨਾਂ ਦੀ ਨਹੀਂ ਸੀ, ਇਹਨਾਂ ਨੂੰ ਮੈਂ ਉਸ ਧਰਤੀ ਤੇ ਵਸਾਇਆ, ਔਰ ਇੱਥੇ ਦੇ ਲੋਕਾਂ ਨੂੰ ਮੈਂ ਇਸ ਧਰਤੀ ਤੋਂ ਬਾਹਰ ਕੱਢਿਆ ਕਿਉਂਕਿ ਉਹਨਾਂ ਦਾ ਪਾਪ ਦਾ ਪਿਆਲਾ ਭਰ ਚੁੱਕਾ ਸੀ। ਸੋ ਉਹ ਇਹ ਜਿਹੜਾ ਅਰਪਤੋਂ ਕਰਨ ਆਏ ਆ, ਯਿਸੂ ਇਹ ਉਸ ਰੀਤ ਦੇ ਅਨੁਸਾਰ ਕਰਨ ਦੇ ਲਈ ਆਏ। ਔਰ ਜਿਸ ਵੇਲੇ ਉੱਥੇ ਆਏ ਆ ਤੇ ਪ੍ਰਭੂ ਨੇ, ਦੇਖੋ ਕਿੱਦਾਂ ਉੱਥੇ ਪ੍ਰਭੂ ਨੇ ਸਾਰਾ ਸਿਸਟਮ ਸੈੱਟ ਕੀਤਾ ਹੈ। ਇਹਨਾਂ ਵਿੱਚੋਂ ਬਹੁਤਾ ਕੁਛ ਮਰੀਅਮ ਤੇ ਯੂਸੁਫ ਦੇ ਲਈ ਵੀ ਹੈ ਕਿ ਜਿਹੜਾ ਬੱਚਾ ਤੁਸੀਂ ਗੋਦ ਦੇ ਵਿੱਚ ਚੁੱਕਿਆ ਕੌਣ ਆ, ਉਹ ਕੌਣ ਆ। ਪ੍ਰਭੂ ਨੇ ਉਹਨਾਂ ਨੂੰ ਵੀ ਨਾਲ
ਤਕੜੇ ਕਰਦਾ ਪਿਆ ਇਸ ਚੀਜ਼ ਦੇ। ਸੋ ਉਸਨੇ ਉਹ ਜਿਸਲੇ ਉੱਥੇ ਯਰੂਸ਼ਲਮ ਦੇ ਵਿੱਚ ਸਾਨੂੰ ਸ਼ਾਮਾਉਨ ਨਾਂ ਦਾ ਇੱਕ ਆਦਮੀ ਮਿਲਿਆ ਜੋ ਇਜ਼ਰਾਈਲ ਦੇ ਛੁਟਕਾਰੇ ਦਾ ਇੰਤਜ਼ਾਰ ਕਰਦਾ ਪਿਆ ਸੀ, ਮੀਨਿੰਗ ਮਸੀਹ ਦਾ ਇੰਤਜ਼ਾਰ ਕਰਦਾ ਪਿਆ ਸੀ, ਮਸੀਹ ਦਾ ਇੰਤਜ਼ਾਰ ਕਰਦਾ ਪਿਆ ਸੀ। ਇਹ ਉਹ ਲੋਕ ਸੀਗੇ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਅਬਰਾਹਮ ਦਾ ਵਾਅਦਾ ਪੂਰਾ ਹੋ ਚੁੱਕਾ ਹੈ। ਅਬਰਾਹਮ ਨੂੰ ਜਿਹੜਾ ਵਾਅਦਾ ਦਿੱਤਾ ਗਿਆ ਸੀ ਉਹ ਪੂਰਾ ਹੋ ਗਿਆ ਹੈ। ਅਬਰਾਹਮ ਨੇ ਨਾਲ ਜਿਸਲੇ ਵਾਅਦਾ ਬੰਨਿਆ ਗਿਆ ਸੀ 15ਵੇਂ ਚੈਪਟਰ ਦੇ ਵਿੱਚ ਅਸੀਂ ਦੇਖਿਆ ਸੀ ਉਤਪਤੀ, ਉੱਥੇ ਉਸਨੂੰ ਉਸੇ ਤਰ੍ਹਾਂ ਹੀ ਤਿੰਨ ਤਰ੍ਹਾਂ ਦੇ ਜਾਨਵਰ ਰੱਖੇ ਗਏ। ਉਹਦੇ ਵਿੱਚ ਦੀ ਅੱਗ ਦੀ ਮਿਸਾਲ ਨਿਕਲੀ। ਅੱਗ ਦੀ ਮਿਸਾਲ ਜਿਸਲੇ ਨਿਕਲਦੀ ਤੇ ਪ੍ਰਭੂ ਪਿੱਛੇ ਪਿੱਛੇ ਬੋਲਦਾ ਜਾ ਰਿਹਾ, ਉਸਨੂੰ ਦੱਸਦਾ ਜਾ ਰਿਹਾ ਕਿ ਕਿਸ ਤਰ੍ਹਾਂ ਇਹ ਧਰਤੀ ਮੈਂ ਤੈਨੂੰ ਦਊਂਗਾ। ਔਰ ਉਸਨੇ ਵਿਸ਼ਵਾਸ ਕੀਤਾ ਔਰ ਇਸ ਕਰਕੇ ਉਚਿਤ ਠਹਿਰਾਇਆ, ਉਹ ਉਚਿਤ ਠਹਿਰਾਇਆ। ਔਰ ਜਿਸ ਵੇਲੇ ਪ੍ਰਭੂ ਨੇ ਉਹ ਧਰਤੀ ਉਸਨੂੰ ਦੇ ਦਿੱਤੀ, ਉਸ ਦਾ ਵਾਅਦਾ ਪੂਰਾ। ਔਰ ਬਹੁਤ ਸਾਰੇ ਯਹੂਦੀ ਇਸ ਭੁਲੇਖੇ ਦੇ ਵਿੱਚ ਬੈਠੇ ਹੋ ਸੀਗੇ ਕਿ ਸਾਡੀ ਮੁਕਤੀ ਅਬਰਾਹਮ ਦੇ ਵੱਲੋਂ। ਛੁਟਕਾਰੇ ਦਾ ਜਿਹੜਾ ਉਹ ਇੰਤਜ਼ਾਰ ਕਰਦੇ ਪਏ ਸੀ ਕਿ ਜਿਸ ਤਰ੍ਹਾਂ ਸਾਡੇ ਪ੍ਰਭੂ ਨੇ ਸਾਨੂੰ ਇਸ ਧਰਤੀ ਦੇ ਉੱਤੇ ਗੁਲਾਮੀ ਦੇ ਵਿੱਚੋਂ, ਜਿਸਮਾਨੀ ਗੁਲਾਮੀ ਦੇ ਵਿੱਚੋਂ ਛੁਟਕਾਰਾ ਦਿੱਤਾ, ਇਸੇ ਤਰ੍ਹਾਂ ਜਿਹੜੀ ਆਤਮਿਕ ਗੁਲਾਮੀ, ਪਾਪ ਦੀ ਗੁਲਾਮੀ ਦੇ ਵਿੱਚ ਅਸੀਂ ਫਸੇ। ਪਾਪ ਦੀ ਗੁਲਾਮੀ ਦੇ ਵਿੱਚ ਅਸੀਂ ਫਸੇ ਹਾਂ, ਜਿਹੜੀ ਉਹਨਾਂ ਨੂੰ ਆਪਣੇ ਅੰਦਰੋਂ ਪਾਪ ਦੀ ਬਦਬੂ ਆਉਂਦੀ ਸੀ ਔਰ ਉਹਨਾਂ ਨੂੰ ਪਤਾ ਸੀਗਾ ਕਿ ਅੰਦਰੋਂ ਅਸੀਂ ਸੜਾਂਦ ਮਾਰਦੇ, ਜਿੰਨਾ ਮਰਜ਼ੀ ਨਹਾ ਲਈਏ, ਜਿੰਨਾ ਮਰਜ਼ੀ ਆਪਣਾ ਆਪ ਨੂੰ ਸਵਾਰ ਲਈਏ, ਸੜਾਂਦ ਅੰਦਰ ਹੈਗੀ ਆ, ਬਿਲਕੁਲ ਉਸ ਮੱਛੀ ਦੀ ਤਰ੍ਹਾਂ ਸਾਰਾ ਉਮਰ ਪਾਣੀ ਦੇ ਵਿੱਚ ਰਹਿੰਦੀ ਹੈ। ਤਰ੍ਹਾਂ ਤਰ੍ਹਾਂ ਦੇ ਰੰਗ ਹੁੰਦੇ, ਕਈਆਂ ਤੇ ਸੁੰਦਰਤਾ ਇੰਨੀ ਹੁੰਦੀ ਕਿ ਅਸੀਂ ਦੇਖਦੇ ਰਹਿ ਜਾਂਦੇ, ਲੇਕਿਨ ਜਿਸ ਲਈ ਅਸੀਂ ਉਸ ਨੂੰ ਬਾਹਰ ਕੱਢਦੇ ਹਾਂ ਜਾਂ ਕੱਟਦੇ ਹਾਂ, ਕੁਝ ਉਹ ਬਦਬੂ ਹੁੰਦੀ ਆ ਜਿਹੜੀ ਉਹਨੂੰ ਆਪਣੇ ਆਪ ਨੂੰ। ਔਰ ਧੰਨ ਉਹ ਮਨੁੱਖ, ਅਸੀਂ ਵੀ ਉਹਦੀ ਤਰ੍ਹਾਂ, ਔਰ ਧੰਨ ਉਹ ਮਨੁੱਖ ਜਿਸ ਨੂੰ ਆਪਣੇ ਅੰਦਰੋਂ ਆਪਣੇ ਪਾਪ ਦੀ ਬਦਬੂ ਉਹ ਸੜਾਂਦ ਆਉਣ ਲੱਗ, ਉਹ ਮਨੁੱਖ ਤਾਂ, ਕਿਉਂਕਿ ਫਿਰ ਉਹ ਮੁਕਤੀ ਦੀ ਖੋਜ ਦੇ ਵਿੱਚ ਉਹ ਆਨਸਰ ਲੱਭਦਾ। ਇਸੇ ਤਰ੍ਹਾਂ ਇਹ ਉਹ ਥੋੜੇ ਜਿਹੇ ਲੋਕ ਆ ਜਿਨ੍ਹਾਂ ਨੂੰ ਉਹ ਸੜਾਂਦ ਆਉਂਦੀ ਹੈ ਆਪਣੇ ਆਪ ਤੋਂ। ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ, ਇਹਨੂੰ ਦੱਸਿਆ ਸੀ ਕਿ ਜਿੰਨੀ ਦੇਰ ਤੱਕ ਤੂੰ ਮੁਕਤੀ ਦੇ ਦਰਸ਼ਨ ਨਹੀਂ ਕਰ ਲੈਂਗਾ, ਤੇਰੀ ਮੌਤ ਨਹੀਂ ਹੋਈ, ਤੇਰੀ ਮੌਤ ਨਹੀਂ ਹੋਈ। ਹੁਣ ਇਹ ਇਨਸਾਨ ਬਜ਼ੁਰਗ ਹੋ ਗਿਆ, ਬਜ਼ੁਰਗ ਹੋ ਗਿਆ ਤਾਂ ਹੁਣ ਇਸ ਨੂੰ ਜਾ ਕੇ ਬੇਸਿਕਲੀ ਮੰਦਿਰ ਦੇ ਵਿੱਚ ਡੇਰਾ ਹੀ ਲਾ, ਔਰ ਜਿਹੜਾ ਉਹ ਦਾਊਦ ਦਾ ਜਿਹੜਾ ਦਰਵਾਜ਼ਾ ਆ ਉੱਥੇ ਇਹ ਬਹਿ ਗਿਆ, ਕਿਉਂਕਿ ਮੋਸਟਲੀ ਉੱਥੋਂ ਸਿੱਧੇ ਲੋਕ ਮੰਦਿਰ ਦੇ ਵਿੱਚ ਜਾਂਦੇ ਸੀ। ਯਰੂਸ਼ਲਮ ਦੇ ਉਹ ਜਿਹੜਾ ਦਰਵਾਜ਼ਾ ਸੀਗਾ ਉੱਥੋਂ ਲੋਕ ਅੰਦਰ ਨਹੀਂ ਜਾਂਦੇ ਸੀ, ਔਰ ਹਰ ਇੱਕ ਆਉਣ ਜਾਣ ਵਾਲੇ ਬੱਚੇ ਨੂੰ ਉਹ ਦੇਖਦਾ ਸੀ, ਚੁੱਕਦਾ ਸੀ, ਮਾਂ ਬਾਪ ਕੋਲ ਲੈਂਦਾ ਸੀ। ਔਰ ਮੋਸਟਲੀ ਮਾਂ ਬਾਪ ਵੀ ਇਸ ਕਰਕੇ, ਕਿਉਂਕਿ ਬਜ਼ੁਰਗ ਉੱਥੇ ਖੜਾ ਆ, ਦੁਆ ਕਹਿੰਦੇ ਸੀ ਕਿ ਸਾਡੇ ਬੱਚੇ ਨੂੰ ਦੁਆ ਦੇ। ਮੋਸਟਲੀ ਜਿਹੜੇ ਮਾਂ ਬਾਪ ਹੁੰਦੇ ਸੀ ਉਹ ਬੱਚੇ ਨੂੰ ਦੇ ਲਈ ਦੁਆ ਮੰਗਦੇ ਹੁੰਦੇ ਸੀ। ਉਹ ਦੇਖ ਲੈਂਦੇ ਹੁੰਦੇ ਸੀ ਕਿ ਇਹ ਬਜ਼ੁਰਗ ਪ੍ਰੇਸ਼ਾਨ ਉੱਤੇ ਪਾਇਆ ਹੁੰਦਾ ਸੀ, ਇਸ ਦਾ ਮਤਲਬ ਇਹ ਹੁੰਦਾ ਸੀ ਕਿ ਉਹ ਪ੍ਰਭੂ ਦਾ ਬੱਚਾ ਹੈ। ਔਰ ਜਿਸ ਵੇਲੇ ਉਹ ਲੰਘਿਆ, ਉਸਨੇ ਪ੍ਰਭੂ ਯਿਸੂ ਨੂੰ ਉਹਨੇ ਆਪਣੀ ਗੋਦ ਦੇ ਵਿੱਚ ਲਿਆ, ਆਪਣੇ ਹੱਥ ਦੇ ਵਿੱਚ ਲਿਆ, ਔਰ ਅੰਦਰੋਂ ਆਤਮਾ ਨੇ ਉਸਨੂੰ ਕਹਿਤਾ ਹੈ। ਸੋ ਅਸੀਂ ਧਰਤੀ ਤੇ ਉਹਨਾਂ ਸਤੰਭਾਂ ਨੂੰ ਦੇਖਦੇ ਪਏ ਹਾਂ ਜਿਹੜੇ ਪ੍ਰਭੂ ਨੇ ਉਸ ਸਮੇਂ ਲਾਇਓ ਸੀ, ਔਰ ਜਿੱਥੋਂ ਇਹ ਪਤਾ ਲੱਗਦਾ ਸੀ ਕਿ ਹਾਂ ਇਹ ਹੋਈ ਮੁਕਤੀ ਦਾ ਇਹ ਆ ਗਿਆ ਹੈ। ਸੋ ਸਭ ਤੋਂ ਪਹਿਲਾਂ ਇਸ ਬੰਦੇ ਨੇ ਜਿਸ ਲਈ ਪ੍ਰਭੂ ਯਿਸੂ ਨੂੰ ਆਪਣੀ ਗੋਦ ਦੇ ਵਿੱਚ ਲਿਆ, ਤੇ ਉਸਨੇ ਦੇਖੋ ਕਿੰਨੀ ਪਿਆਰੀ ਚੀਜ਼ ਇੱਥੇ ਕਹੀ ਹੈ ਕਿ ਹੇ ਸਵਾਮੀ,
ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਦੇ ਨਾਲ ਵਿਦਾ ਕਰ ਲਿਆ। ਯਾਨੀ ਕਿ ਹੁਣ ਮੇਰਾ ਸਮਾਂ, I'm ready to go, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰੇ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ। ਸੋ ਜਿਹੜੀ ਪਹਿਲੀ ਜਿਹੜੀ ਮਾਂ-ਬਾਪ ਜਿਸ ਮੁਕਤੀ, ਜਿਸ ਛੁਟਕਾਰੇ ਨੂੰ ਚੜਾਉਣ ਆਏ ਆ, ਬਲੀ ਚੜਾਉਣ ਆਏ ਆ ਬੱਚੇ ਨੂੰ ਲੈ ਕੇ, ਉਹ ਪਹਿਲੇ ਛੁਟਕਾਰੇ ਦੀ, ਜਿਹੜਾ ਧਰਤੀ ਤੇ ਛੁਟਕਾਰਾ ਸੀ। ਇਹ ਜਿਸ ਚੀਜ਼ ਦੀ ਸ਼ੁਕਰਗੁਜ਼ਾਰੀ ਕਰ ਰਿਹਾ, ਇਹ ਹੁਣ ਦੂਸਰੇ ਛੁਟਕਾਰੇ ਦੀ, ਜਿਹੜਾ ਆਤਮਕ ਛੁਟਕਾਰਾ, ਜਿਹੜਾ ਸਵਰਗ ਦੇ ਨਾਲ ਅਟੈਚਡ ਹੈ। ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰੇ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਮੁਕਤੀ ਦੇਖੋ ਗੱਲ ਆ ਰਹੀ, ਔਰ ਮੁਕਤੀ ਦੀ ਗੱਲ ਹਮੇਸ਼ਾ ਉੱਥੇ ਆਉਂਦੀ ਹੈ, ਚਾਹੇ ਉਹ ਪੁਰਾਣਾ ਨਿਯਮ ਹੋਵੇ, ਚਾਹੇ ਉਹ ਨਵਾਂ ਨਿਯਮ। ਜਿਸ ਲਈ ਮੁਕਤੀ ਦੀ ਗੱਲ ਆਏਗੀ ਤੇ ਨਾਲ ਮਸਾਇਆ ਦੀ ਗੱਲ ਆਏਗੀ, ਮਸੀਹਾ ਦੀ ਗੱਲ ਆਏਗੀ, ਆਉਣ ਵਾਲੇ ਦੀ ਗੱਲ। ਜਿਸ ਵੇਲੇ ਵੀ ਅਬਰਾਹਮ ਦੀ ਗੱਲ ਆਏਗੀ ਤਾਂ ਧਰਤੀ ਦੀ ਗੱਲ ਆਏਗੀ, ਜਿਹੜੀ ਉਹਨਾਂ ਨੂੰ ਧਰਤੀ ਤੇ ਜ਼ਮੀਨ ਮਿਲਣੀ ਸੀ, ਦੇਸ਼ ਮਿਲਣਾ ਸੀ, ਉਸ ਦੀ ਗੱਲ ਆਏਗੀ। ਜੋ ਤੂੰ ਸਾਰੇ ਦੇਸ਼ ਦੇ ਲੋਕਾਂ ਦੇ ਲਈ ਤਿਆਰ ਕੀਤੀ ਹੈ, ਇਹ ਤੇਰੇ ਆਪਣੇ ਲੋਕਾਂ ਇਜ਼ਰਾਈਲ, ਇਹ ਤੇਰੇ ਆਪਣੇ ਲੋਕਾਂ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ, ਪਰ ਦੂਜੀਆਂ ਜਾਤੀਆਂ ਨੂੰ ਰਾਹ ਦਿਖਾਉਣ ਵਾਲਾ ਚਾਨਣ। ਪਰ ਪ੍ਰਭੂ ਨੇ ਇਸमें ਇੱਕ ਚੀਜ਼ ਹੋਰ ਵੀ ਦਿਖਾਈ, ਜਿਹੜੀ ਇਸ ਤੋਂ ਵੀ ਇੰਪੋਰਟੈਂਟ ਹੈ, ਜਿਹੜੀ ਪ੍ਰਭੂ ਨੇ ਇਸਨੂੰ ਦਿਖਾਈ ਹੈ। ਹੁਣ ਆਓ ਕੋਈ ਜਾਣਾ ਇਸਨੂੰ 33 ਤੋਂ ਲੈ ਕੇ 35 ਤੱਕ ਪੜ੍ਹਨਾ। ਉਸ ਤੋਂ ਬਾਅਦ ਫਿਰ ਅਸੀਂ ਉਸ ਤੋਂ ਬਾਅਦ ਇੱਕ ਔਰਤ ਆ ਉੱਥੇ, ਉਹਦੇ ਬਾਰੇ ਪੜਾਂਗੇ। ਮੈਂ ਪੜ੍ਹ ਦਿੰਦਾ ਜੀ। ਹਾਂਜੀ, 33 ਯੀਸ਼ੂ ਦੇ ਬਾਰੇ ਗੱਲਾਂ ਸੁਣ ਕੇ ਉਹਨਾਂ ਦੇ ਮਾਤਾ ਪਿਤਾ ਬਹੁਤ ਹੈਰਾਨ ਹੋਏ। ਸ਼ਮੂਨ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਯੀਸ਼ੂ ਦੀ ਮਾਤਾ ਮਰੀਅਮ ਨੂੰ ਕਿਹਾ, ਪਰਮੇਸ਼ਰ ਨੇ ਇਸ ਬਾਲਕ ਨੂੰ ਚੁਣ ਲਿਆ ਹੈ। ਇਹ ਬਾਲਕ ਇਸਰਾਇਲ ਦੇ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੋਵੇਗਾ। ਇਹ ਬਾਲਕ ਇੱਕ ਇਹੋ ਜਿਹਾ ਚਿੰਨ੍ਹ ਹੋਵੇਗਾ ਜਿਸ ਦਾ ਬਹੁਤ ਸਾਰੇ ਲੋਕੀ ਵਿਰੋਧ ਕਰਨਗੇ, ਕਿਉਂਕਿ ਇਸ ਦੇ ਰਾਹੀਂ ਉਹਨਾਂ ਦੇ ਮਨਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ। ਇਸ ਦਾ ਦੁੱਖ ਤਲਵਾਰ ਦੀ ਤਰ੍ਹਾਂ ਤੇਰੇ ਮਨ ਨੂੰ ਵੀ ਵਿੰਨ ਦੇਵੇਗਾ। तो प्रभु ने उसको उसका जन्म नहीं दिखाया, प्रभु ने वो सलीब भी दिखाई, प्रभु ने सलीब भी दिखाई कि जिस वेले तुसीं उथों बच के आए सी, तुसीं मिस्र तो बच के आए सी तां अपना जेठे नाल लैके आए सी। जिसले तुसीं इथों बच के जाना, जिसले तुसीं हुण इथों बच के जाना, घर नूं जाना, असली घर नूं जाना, ते मेरा जेठा सलीब पे होएगा, मेरा जेठा सलीब पे होएगा। तुसीं अपनियां चगाठां ते चार खून दे निशान लाए सी। ये जिहड़ी चगाठ होएगी धरती ते स्वर्ग दे गब्बे लगी होएगी, जिथे वो गब्बे लटकिया होगा, और उसका लहू उथों वग रहा होगा। तुसीं जद बच के आए सी तब मेमणियां दे लहू दे नाल बच के इत्थे आए सी, पर मेमणियां दे लहू दे नाल तुसीं उत्थे नहीं पहुंच सकते। कोई मेमणियां दी बलि चढ़ाउंदा, कोई बकरे दी बलि चढ़ाउंदा, कोई मझ दी बलि चढ़ाउंदा, कोई गालां दी बलि चढ़ाउंदा, कोई आटे दी बलि चढ़ाउंदा, और कोई अनाज दी बलि चढ़ाउंदा, कोई फलां दी बलि चढ़ाउंदा। बलि असीं सारे ही चढ़ाउंदे, हर धर्म च बलि चढ़ाई, पर वो बलि सानूं प्रभु दे घर ਉਹਦੇ ਨਾਲ ਰਿਸ਼ਤਾ ਨਹੀਂ ਠੀਕ ਕਰ ਸਕਦਾ, ਉਹਦੇ ਨਾਲ ਰਿਸ਼ਤਾ ਠੀਕ ਪ੍ਰਭੂ ਦੇ ਨਾਲ ਰਿਸ਼ਤਾ ਠੀਕ ਕਰਨ ਦੇ ਲਈ ਉਸਦਾ ਪੁੱਤਰ ਆਇਆ,
ਉਸ ਦੇ ਨਾਲ ਰਿਸ਼ਤਾ ਬਣਾਉਣ ਦੇ ਲਈ ਪ੍ਰਭੂ ਦਾ ਪੁੱਤਰ ਆਇਆ, ਕਿਉਂਕਿ ਸਾਡੇ ਕੋਲ ਧਰਮ ਸੀ, ਸਾਡੇ ਕੋਲ ਰਿਲੀਜਨ ਸੀ, ਪਰ ਰਿਲੇਸ਼ਨ ਹੈ। ਰਿਲੇਸ਼ਨ ਆ ਕੇ ਸਾਨੂੰ ਪ੍ਰਭੂ ਯਿਸੂ ਉਸ ਦੇ ਰਾਹੀਂ ਅਸੀਂ ਪ੍ਰਭੂ ਦੀ ਸੰਤਾਨ ਬਣੇ। ਸੋ ਜਿਸ ਵੇਲੇ ਅਸੀਂ ਇੱਥੇ ਦੇਖਦੇ ਪਾਏ ਨਾ, ਤੇ ਉਹ ਇਹ ਦੱਸਦਾ ਪਿਆ ਉਸ ਦੀ ਮਾਂ ਨੂੰ ਕਿ ਇਹ ਇਸ ਦੀ ਮੌਤ ਕਿੱਦਾਂ ਹੋਈ, ਇਸ ਦਾ ਸੈਕਰੀਫਾਈਸ ਕਿੱਦਾਂ ਹੋਏਗਾ। ਉੱਥੇ ਇਸ ਵੇਲੇ ਇੱਕ ਔਰਤ ਵੀ ਬੈਠੀ ਆ। ਅਸੀਂ 36 ਆਇਤ ਤੋਂ ਲੈ ਕੇ 40 ਆਇਤ ਤੱਕ ਪੜਾਂਗੇ, ਜਿਸ ਨੂੰ ਹਾਂਜੀ ਮੈਂ ਪੜ੍ਹਦੀ ਹਾਂ। ਉੱਥੇ ਹੰਨਾ ਨਾਂ ਦੀ ਇੱਕ ਨਵੀਆ ਰਹਿੰਦੀ ਸੀ। ਉਹ ਅਸ਼ੇਰ ਕੁਲ ਦੇ ਫਨੂਏਲ ਦੀ ਧੀ ਸੀ। ਉਹ ਬਹੁਤ ਬੁੱਢੀ ਹੋ ਗਈ। ਸ਼ਾਦੀ ਤੋਂ 7 ਸਾਲ ਮਗਰੋਂ ਹੀ ਉਸ ਦਾ ਘਰ ਵਾਲਾ ਮਰ ਗਿਆ ਸੀ। ਉਹ 84 ਵਰ੍ਹਿਆਂ ਤੋਂ ਵਿਧਵਾ ਸੀ। ਉਹ ਮੰਦਰ ਨੂੰ ਨਹੀਂ ਛੱਡਦੀ ਸੀ। ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਰਾਤ ਦਿਨ ਪਰਮੇਸ਼ਵਰ ਦੀ ਭਗਤੀ ਕਰਦੀ ਸੀ। ਉਸ ਵੇਲੇ ਹੰਨਾ ਉੱਥੇ ਆਈ। ਉਸਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸਨੇ ਯਿਸੂ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ। ਜਦੋਂ ਯਿਸੂ ਦੇ ਮਾਤਾ ਪਿਤਾ ਪ੍ਰਭੂ ਦੀ ਵਿਵਸਥਾ ਅਨੁਸਾਰ ਠੀਕ ਆ, ਉਹ ਅਸੀਂ ਦੁਆਰਾ ਪੜ੍ਹਦੇ ਹੋ ਤਾਂ ਨਾ ਅੱਗੇ ਜਾ। ਹੁਣ ਤੁਸੀਂ ਇਹ ਦੇਖੋ ਕਿ ਉੱਥੇ ਇੱਕ ਔਰਤ ਵੀ ਬੈਠੀ, ਇੱਕ ਔਰਤ ਵੀ ਬੈਠੀ ਹੋ ਜਿਹੜੀ ਇਹ ਦੱਸਿਆ ਜਾਂਦਾ ਵਚਨ ਦੇ ਵਿੱਚ, ਕਹਿੰਦਾ ਜਦੋਂ ਯਿਸੂ ਦੇ ਮਾਤਾ ਪਿਤਾ ਨੇ ਪ੍ਰਭੂ ਦੀ ਵਿਵਸਥਾ ਅਨੁਸਾਰ ਸਭ ਕੁਛ ਉੱਥੇ ਹੰਨਾ ਨਾਂ ਦੀ ਇੱਕ ਨਵੀਆ ਰਹਿੰਦੀ ਸੀ। ਉਹ ਅਸ਼ੇਰ ਕੁਲ ਦੇ ਫਨੂਏਲ ਦੀ ਧੀ ਸੀ ਅਤੇ ਉਹ ਬਹੁਤ ਬੁੱਢੀ ਹੋ ਗਈ ਸੀ। ਸ਼ਾਦੀ ਦੇ 7 ਸਾਲਾਂ ਦੇ ਮਗਰੋਂ ਉਸ ਦਾ ਘਰ ਵਾਲਾ ਮਰ ਗਿਆ ਸੀ ਤੇ 84 ਵਰ੍ਹਿਆਂ ਤੋਂ ਉਹ ਵਿਧਵਾ ਸੀ। ਉਹ ਮੰਦਰ ਨੂੰ ਨਹੀਂ ਛੱਡਦੀ ਸੀ। ਲੈ ਲਓ ਮੇਰੇ ਕੋਲ ਪੈਨ, ਮੇਰੇ ਕੋਲ ਹੀ ਰਹਿਣ ਦਿਓ। ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਰਾਤ ਦਿਨ ਪਰਮੇਸ਼ਵਰ ਦੀ ਭਗਤੀ ਕਰਦੀ ਸੀ। ਉਸ ਵੇਲੇ ਹੰਨਾ ਉੱਥੇ ਆਈ। ਉਸਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਤੇ ਫਿਰ ਉਸਨੇ ਯਿਸੂ ਦੇ ਬਾਰੇ ਲੋਕਾਂ ਨੂੰ ਦੱਸਿਆ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਦੇ ਵਿੱਚ ਸਨ, ਜੋ ਆਪਣੇ ਲੋਕਾਂ ਦੀ ਛੁਟਕਾਰੇ ਦੀ ਉਡੀਕ ਦੇ ਵਿੱਚ ਸਨ। ਅਸੀਂ ਫਿਰ ਉਹ ਚੀਜ਼ ਦੇਖੀ। ਪ੍ਰਭੂ ਨੇ ਥੰਮ ਫਿਰ ਗੱਡੀ ਹੋਆ ਆਏ ਤੋੜੇ ਲਾਏ, ਜਿੱਦਾਂ ਅਸੀਂ ਨਿਸ਼ਾਨਾਤ ਹੁੰਦੇ ਉਹ ਲੋਕਾਂ ਨੂੰ ਇਸ ਵੇਲੇ ਇਸ ਚੀਜ਼ ਦੇ ਬਾਰੇ ਦੱਸਦੇ ਪਏ। ਹੁਣ ਪ੍ਰਭੂ ਯਿਸੂ ਮਸੀਹ 12 ਸਾਲ ਦੇ ਹੋ ਗਏ। 12 ਸਾਲ ਦੀ ਉਮਰ ਦੇ ਵਿੱਚ ਫਿਰ ਇੱਕ ਵਾਰ ਫਿਰ ਬਾਲਕ ਨੂੰ ਮੰਦਰ ਦੇ ਵਿੱਚ ਲਿਆਉਣਾ ਜ਼ਰੂਰੀ ਹੁੰਦਾ ਸੀ। ਉਹ ਇਸ ਨੂੰ ਕਹਿੰਦੇ ਸੀ ਬਾਰ ਮਿਤਸਵਾ, ਯਾਨੀ ਕਿ ਆਪਣੇ ਬਚਪਨ ਦੇ ਵਿੱਚੋਂ ਨਿਕਲ ਗਿਆ ਪਰ ਹੁਣ ਉਹ ਆਪਣੀ ਜਵਾਨੀ ਦੇ ਵੱਲ ਵਧਣ ਲੱਗ ਪਿਆ। ਇਹ ਐਸਾ ਪਹਿਲਾ ਸਮਾਂ ਹੁੰਦਾ ਸੀ ਜਿਸ ਦੇ ਬੱਚੇ ਦੇ ਉੱਤੇ ਪਹਿਲੀ ਵਾਰੀ ਪ੍ਰੇਅਰ ਸ਼ਾਲ ਪਾਇਆ ਜਾਂਦਾ ਸੀ। ਉਸਨੂੰ ਹੱਕ ਦਿੱਤਾ ਜਾਂਦਾ ਸੀ ਉਸ ਪ੍ਰੇਅਰ ਸ਼ਾਲ ਦਾ, ਔਰ ਉਸਨੂੰ ਸਾਰੀਆਂ ਉਹ ਚੀਜ਼ਾਂ ਦਾ ਬਚਪਨ ਤੋਂ ਸਿਖਾਈਆਂ ਜਾਂਦੀਆਂ ਸੀ। ਲੇਕਿਨ from this day on he is on his own। ਇਸ ਤੋਂ ਪਹਿਲਾਂ ਆਪਣੀ ਮਾਂ-ਬਾਪ ਦੇ ਨਾਲ, ਲੇਕਿਨ ਹੁਣ ਉਸਨੂੰ ਦੱਸਿਆ ਜਾਂਦਾ ਸੀ ਕਿ ਨਹੀਂ, ਹੁਣ ਤੂੰ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਤੂੰ ਜਾਣਾ, ਆਪ ਜਾਣਾ। ਸੋ ਇਸ ਨੂੰ ਬਾਰ ਮਿਤਸਵਾ ਕਹਿੰਦੇ ਸੀ, ਜਿਹੜਾ ਹਾਲੇ ਵੀ ਯਹੂਦੀ ਲੋਕ ਕਰਦੇ ਆ 12 ਸਾਲ ਦੀ ਉਮਰ ਦੇ ਵਿੱਚ ਬੱਚੇ ਦਾ। ਔਰ 41 ਤੋਂ ਲੈ ਕੇ ਆਓ ਇਸ ਨੂੰ ਅਸੀਂ 52 ਤੱਕ ਦੇਖੀਏ ਔਰ ਫਿਰ ਅਸੀਂ ਇਸ ਬਹੁਤ ਬਾਲਕ ਯਿਸੂ ਮੰਦਰ ਵਿੱਚ। ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਇਆ ਕਰਦੇ ਸਨ। ਜਦੋਂ ਯਿਸੂ 12 ਸਾਲਾਂ ਦੇ ਹੋਏ ਤਾਂ ਰੀਤ ਅਨੁਸਾਰ ਉਹ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ। ਜਦੋਂ ਤਿਉਹਾਰ ਦੇ ਦਿਨ ਸਮਾਪਤ ਹੋ ਗਏ ਤਾਂ ਉਹ ਘਰ ਨੂੰ ਮੁੜੇ, ਪਰ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਏ। ਉਸ ਦੇ ਮਾਤਾ ਪਿਤਾ ਇਹ ਗੱਲ ਨਹੀਂ ਜਾਣਦੇ ਸਨ। ਉਹਨਾਂ ਇਹ ਸੋਚਿਆ ਕਿ ਯਿਸੂ ਆਪਣੇ ਸਾਥੀਆਂ ਨਾਲ ਹੋਣਗੇ। ਉਹ ਇੱਕ ਦਿਨ ਦੀ ਯਾਤਰਾ ਖਤਮ ਕਰ ਚੁੱਕੇ ਸਨ ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ, ਪਰ ਯਿਸੂ ਉਹਨਾਂ ਨੂੰ ਨਾ ਮਿਲੇ। ਇਸ ਲਈ ਉਹ ਲੱਭਦੇ ਯਰੂਸ਼ਲਮ ਵਿੱਚ ਹੀ ਪਹੁੰਚ ਗਏ। ਤੀਜੇ ਦਿਨ ਉਹਨਾਂ ਯਿਸੂ ਨੂੰ ਮੰਦਰ ਵਿੱਚ ਧਰਮ ਗੁਰੂਆਂ ਨਾਲ ਬੈਠੇ ਦੇਖਿਆ। ਉਹ ਧਰਮ ਗੁਰੂਆਂ ਦੀਆਂ ਗੱਲਾਂ ਸੁਣ ਰਹੇ
ਅਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਸਨ। ਧਰਮ ਗੁਰੂ ਯਿਸੂ ਦੀ ਸਮਝ ਅਤੇ ਉੱਤਰ ਤੋਂ ਹੈਰਾਨ ਸਨ। ਜਦੋਂ ਯਿਸੂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਹਨਾਂ ਦੀ ਮਾਤਾ ਨੇ ਕਿਹਾ, ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਦੇਖ, ਤੇਰੇ ਪਿਤਾ ਜੀ ਅਤੇ ਮੈਂ ਕਿੰਨੇ ਦੁਖੀ ਹਾਂ। ਅਸੀਂ ਤੈਨੂੰ ਲੱਭ ਰਹੇ ਸਾਂ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਕਿਉਂ ਲੱਭ ਰਹੇ ਸੋ? ਕੀ ਤੁਸੀਂ ਨਹੀਂ ਜਾਣਦੇ ਸੋ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਜ਼ਰੂਰੀ ਹੈ? ਪਰ ਉਹ ਯਿਸੂ ਦੇ ਇਹਨਾਂ ਸ਼ਬਦਾਂ ਦਾ ਅਰਥ ਨਾ ਸਮਝੇ। ਤਦ ਯਿਸੂ ਆਪਣੇ ਮਾਤਾ ਪਿਤਾ ਨਾਲ ਨਾਸਰਤ ਨੂੰ ਮੁੜ ਗਏ। ਉਹ ਆਪਣੇ ਮਾਤਾ ਪਿਤਾ ਦੀ ਆਗਿਆ ਮੰਨਦੇ ਰਹੇ, ਪਰ ਉਹਨਾਂ ਦੀ ਮਾਤਾ ਆਪਣੇ ਮਨ ਵਿੱਚ ਇਹਨਾਂ ਗੱਲਾਂ ਉੱਤੇ ਵਿਚਾਰ ਕਰਦੀ ਰਹੀ। ਯਿਸੂ ਸਰੀਰ ਅਤੇ ਬੁੱਧ ਵਿੱਚ ਵੱਧਦੇ ਗਏ। ਉਹ ਪਰਮੇਸ਼ਰ ਅਤੇ ਆਦਮੀਆਂ ਦੇ ਪਿਆਰ ਵਿੱਚ ਵੀ ਵੱਧਦੇ ਗਏ। ਆਮੀਨ। ਇਹ ਇੱਥੇ ਮੇਨ ਚੀਜ਼ ਹੈ, ਪ੍ਰਭੂ ਯਿਸੂ ਦਾ ਬਪਤਿਸਮਾ ਇਸ ਵੇਲੇ ਉਹ ਗਏ ਆ, 12 ਸਾਲ ਦੇ ਹੋ ਗਏ ਆ। ਉੱਥੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਮਝਾਈਆਂ ਗਈਆਂ ਕਿ ਹੁਣ ਬੇਟਾ ਤੇਰਾ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਰੱਖਣਾ ਆ, ਉਹ ਹੁਣ ਤੇਰੀ ਜ਼ਿੰਮੇਵਾਰੀ ਆ। ਸਾਰਾ ਕੁਝ ਦੱਸਿਆ ਗਿਆ। ਤੇ ਉਹ ਜਿਸ ਵੇਲੇ ਮਾਂ-ਬਾਪ, ਕਿਉਂਕਿ ਪਿੰਡ ਦੇ ਕਾਫੀ ਲੋਕ ਹੁੰਦੇ ਸੀਗੇ, ਬੱਚੇ ਆਪਸ ਚ ਖੇਲਦੇ ਤੁਰੇ ਹੁੰਦੇ ਸੀਗੇ। ਮਾਂ-ਬਾਪ ਬਜ਼ੁਰਗ ਜਿਹੜੇ ਹੁੰਦੇ ਸੀਗੇ, ਮੋਸਟਲੀ ਕੁਛ ਮੋੜੇ ਹੁੰਦੇ ਸੀ, ਕੁਛ ਪਿੱਛੇ ਹੁੰਦੇ ਸੀ, ਬੱਚੇ ਗੱਭੇ ਹੁੰਦੇ ਸੀ। ਸੋ ਉਹਨਾਂ ਨੇ ਦੇਖਿਆ ਕਿ ਯਿਸੂ ਹੈ ਨਹੀਂ, ਕਿ ਉਹ ਕਿੱਥੇ ਗਏ। ਔਰ ਜਿਸਲੇ ਉਹਨਾਂ ਨੂੰ ਲੱਭਣ ਲੱਗੇ, ਵਾਪਸ ਮੁੜ ਆਏ, ਜਿਸਲੇ ਮੰਦਿਰ ਦੇ ਵਿੱਚ ਉਹ ਆਏ ਅਤੇ ਯਿਸੂ ਮਸੀਹ ਉੱਥੇ ਸੈਨਹੇਡਰਨ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਨਾਲ ਬਹਿਸ ਕਰਦੇ। ਔਰ ਉਹ ਸਵਾਲ ਪੁੱਛਦੇ ਨਹੀਂ ਪਏ। ਸੈਨਹੇਡਰਨ ਦੇ ਜਿਹੜੇ ਬਜ਼ੁਰਗ ਆ, ਸੈਨਹੇਡਰਨ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਉੱਥੇ ਦੇ 72 ਮੇਨ ਬਜ਼ੁਰਗ ਹੁੰਦੇ ਸੀਗੇ। ਬੇਸਿਕਲੀ ਸਾਰੀ ਕੌਮ ਦੀ ਮਲਾਈ ਹੁੰਦੀ ਸੀ ਜਿਹੜੀ ਉੱਥੇ ਹੁੰਦੀ ਸੀ, ਜਿਹੜਾ ਸਾਰਾ ਸੰਬੰਧ ਪ੍ਰਬੰਧ ਪੋਲੀਟੀਕਲ ਤੌਰ ਤੇ, ਮੰਦਿਰ ਦੇ ਤੌਰ ਤੇ ਜਿਹੜਾ ਸਭ ਕੁਝ ਸੰਭਾਲਦੇ ਸੀ। ਔਰ ਹਾਈ ਪ੍ਰੀਸਟ ਉਹਦੇ ਟੌਪ ਤੇ ਹੁੰਦਾ ਸੀ। ਸੋ ਸੈਨਹੇਡਰਨ ਦੇ ਮੈਂਬਰ ਜਿਹੜੇ ਉੱਥੇ ਬੈਠੇ ਹੋ ਯਿਸੂ ਦੇ ਨਾਲ ਬਹਿਸ ਕਰਦੇ ਪਏ, ਲੇਕਿਨ ਫਿਰ ਉਹ ਯਿਸੂ ਤੋਂ ਸਵਾਲ ਪੁੱਛਦੇ ਪਏ ਤੇ ਯਿਸੂ ਉਹਨਾਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਪਏ। ਕਾਸ਼ ਸਾਡੇ ਕੋਲ ਉਹ ਹੁੰਦੇ ਕਿ ਕਿਹੜੇ ਸਵਾਲ ਉਹਨਾਂ ਨੇ ਪੁੱਛੇ ਤੇ ਯਿਸੂ ਨੇ ਕਿਹੜੇ ਜਵਾਬ ਦਿੱਤੇ। ਪਰ ਸਾਨੂੰ ਵਚਨ ਦੇ ਵਿੱਚ ਇਹ ਚੀਜ਼ ਦਿੱਤੀ ਗਈ। ਲੇਕਿਨ ਇੰਨਾ ਜ਼ਰੂਰ ਦੱਸਿਆ ਕਿ ਉਹ ਹਰ ਜਵਾਬ ਤੋਂ ਹੈਰਾਨ ਸੀ। ਹਰ ਜਵਾਬ ਜਿਹੜਾ ਪ੍ਰਭੂ ਯਿਸੂ ਉਹਨਾਂ ਨੂੰ ਦਿੰਦੇ ਸੀ, ਉਹ ਬਿਲਕੁਲ ਹੈਰਾਨ ਸੀ ਕਿ ਇਹਨੂੰ ਇਹਨਾਂ ਚੀਜ਼ਾਂ ਦਾ ਕਿੱਦਾਂ ਪਤਾ। ਹੁਣ ਯਿਸੂ ਨੂੰ ਕਿਹਾ ਸੀ ਕਿ ਤੇਰਾ ਹੁਣ ਪਰਮੇਸ਼ਰ ਦੇ ਨਾਲ ਨਾਤਾ ਹੈ। ਉਹ ਕਹਿੰਦਾ ਠੀਕ ਆ, ਫਿਰ ਆਪਾਂ ਆਪਣੇ ਬਾਪ ਦੇ ਘਰ ਰਹਿੰਦੇ ਹਾਂ। ਜਿਸਲੇ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਏਦਾਂ ਕਿਉਂ ਕੀਤਾ, ਕਹਿੰਦਾ ਤੁਹਾਨੂੰ ਪਤਾ ਨਹੀਂ, ਹੁਣ ਮੇਰੇ ਬਾਪ ਦੇ ਘਰ ਦੇ ਵਿੱਚ ਰਹਿਣਾ ਚਾਹੀਦਾ। He knew he was a son of God. ਇਹ ਚੀਜ਼ਾਂ ਅਸੀਂ ਮਿਸ ਕਰ ਜਾਂਦੇ। ਯਿਸੂ ਨੂੰ ਪਤਾ ਸੀ ਕਿ he is a son of God. He had a relation with his father. ਉਹਦਾ ਆਪਣੇ ਬਾਪ ਦੇ ਨਾਲ ਰਿਸ਼ਤਾ ਸੀ। ਲੇਕਿਨ ਮਾਂ-ਬਾਪ ਉਸਨੂੰ ਨਾਲ ਲੈ ਗਏ, ਆਗਿਆਕਾਰੀ ਰਹੇ, ਮਾਂ-ਬਾਪ ਦਾ ਕਹਿਣਾ ਮੰਨਦੇ ਰਹੇ ਤੇ ਨਿਰਭਰ ਕੀਤੇ ਰਹੇ। ਔਰ ਲੋਕਾਂ ਦਾ ਆਪਣੇ ਸਰੀਰ ਚ ਵੀ ਵੱਧਦੇ ਗਏ, ਬੁੱਧ ਚ ਵੀ ਵੱਧਦੇ ਗਏ, ਔਰ ਲੋਕਾਂ ਦੇ ਪਿਆਰ ਚ ਵੀ ਵੱਧਦੇ ਗਏ। These things, ਇਹ ਚੀਜ਼ਾਂ ਬੜੀਆਂ ਮੈਨੀ ਲੱਗਦੀਆਂ, ਇਹ ਚੀਜ਼ਾਂ ਦੇਖਣ ਵਾਲੀਆਂ। ਸੋ ਆਓ ਤੁਹਾਨੂੰ ਇੱਕ ਚੀਜ਼ ਹੋਰ ਆਪਾਂ ਪ੍ਰਭੂ ਦੇ ਵਚਨ ਚ ਦੇਖਾਂਗੇ। ਮੇਰੇ ਨਾਲ ਯਹੋਨਾ ਦੀ ਅੰਜੀਲ ਦੇ ਵਿੱਚ ਯਹੋਨਾ ਦੀ ਅੰਜੀਲ ਦੇ ਵਿੱਚ ਉਸਦਾ ਪਹਿਲਾ ਭਾਵ ਔਰ ਪੰਨਾ 102। ਪਰ ਹੁਣ ਪ੍ਰਭੂ ਯਿਸੂ ਮਸੀਹ ਨੇ ਆਪਣੀ ਮਿਨਿਸਟਰੀ ਜਿਹੜੀ ਆ ਉਹ ਸ਼ੁਰੂ ਕਰ ਲਈ ਆ। ਆਪਣਾ ਜਿਹੜਾ ਕੰਮ ਆ ਧਰਤੀ ਦੇ ਉੱਤੇ, ਉਹਨਾਂ ਦੀ ਉਮਰ 30 ਸਾਲ ਦੀ ਹੋ ਗਈ ਆ। ਔਰ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਪ੍ਰਭੂ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ, ਜਿਸ ਤਰ੍ਹਾਂ ਕਿ ਉਸ ਸਮੇਂ ਦੇ ਵਿੱਚ ਕਰ ਦਿੱਤੀ। ਕਿੰਨਾ ਦੱਸਿਆ ਤੁਸੀਂ? ਪੰਨਾ ਹੈਗਾ ਨਾ ਜੀ 163। ਸੌਰੀ ਮੈਂ ਗਲਤ ਤੁਹਾਨੂੰ 164 ਜੀ। ਅੱਛਾ, ਨਹੀਂ 163 ਪਹਿਲਾ ਚੈਪਟਰ ਤੇ ਅਸੀਂ 163 ਤੇ ਦੇਖਾਂਗੇ। ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਹਿਲੇ ਚੇਲੇ ਚੁਣੇ।
ਸੋ ਆਓ ਇਸ ਦੇ ਵਿੱਚ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਦੇਖਦੀਆਂ। ਕੋਈ ਜਣਾ ਇਸ ਨੂੰ 35 ਤੋਂ ਲੈ ਕੇ 42 ਤੱਕ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਪ੍ਰਭੂ ਯਿਸੂ ਦੇ ਪਹਿਲੇ ਚੇਲੇ। ਦੂਜੇ ਦਿਨ ਫਿਰ ਯਹੂਨਾ ਆਪਣੇ 2 ਚੇਲਿਆਂ ਦੇ ਨਾਲ ਖਲੋਤਾ ਹੋਇਆ ਸੀ। ਯਹੂਨਾ ਨੇ ਯਿਸੂ ਨੂੰ ਤੁਰੇ ਜਾਂਦੇ ਵੇਖਿਆ ਅਤੇ ਕਿਹਾ, ਦੇਖੋ ਪਰਮੇਸ਼ਵਰ ਦਾ ਮੇਮਣਾ। ਦੋਹਾਂ ਚੇਲਿਆਂ ਨੇ ਯਹੂਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਯਿਸੂ ਦੇ ਪਿੱਛੇ ਤੁਰ ਪਏ। ਯਿਸੂ ਨੇ ਪਿੱਛੇ ਮੁੜ ਕੇ ਉਹਨਾਂ ਨੂੰ ਆਪਣੇ ਪਿੱਛੇ ਆਉਂਦਿਆਂ ਦੇਖਿਆ। ਸੋ ਯਿਸੂ ਨੇ ਉਹਨਾਂ ਦੋਹਾਂ ਨੂੰ ਕਿਹਾ, ਤੁਸੀਂ ਕਿਸ ਨੂੰ ਲੱਭ ਰਹੇ ਹੋ? ਉਹਨਾਂ ਉੱਤਰ ਦਿੱਤਾ, ਰੱਬੀ ਅਰਥਾਤ ਗੁਰੂ ਜੀ, ਤੁਸੀਂ ਕਿੱਥੇ ਰਹਿੰਦੇ ਹੋ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਆਓ ਅਤੇ ਦੇਖੋ। ਸੋ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ ਅਤੇ ਦਿਨ ਦਾ ਬਾਕੀ ਹਿੱਸਾ ਯਿਸੂ ਦੇ ਨਾਲ ਹੀ ਰਹੇ। ਇਹ ਕੋਈ ਦੁਪਹਿਰ ਦੇ 4 ਵਜੇ ਦਾ ਸਮਾਂ ਸੀ। ਉਹਨਾਂ ਦੋਹਾਂ ਵਿੱਚੋਂ ਜਿਹੜੇ ਯਹੂਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ ਸਨ, ਇੱਕ ਸ਼ਮਯੋਨ ਪਤਰਸ ਦਾ ਭਰਾ ਅੰਦਰਿਆਸ ਸੀ। ਅੰਦਰਿਆਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਯੋਨ ਨੂੰ ਮਿਲਿਆ ਅਤੇ ਉਸਨੂੰ ਕਿਹਾ, ਅਸੀਂ ਮਸੀਹ ਅਰਥਾਤ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਰਾਜਾ ਨੂੰ ਲੱਭ ਲਿਆ ਹੈ। ਉਹ ਸ਼ਮਯੋਨ ਨੂੰ ਯਿਸੂ ਕੋਲ ਲੈ ਗਿਆ। ਯਿਸੂ ਨੇ ਸ਼ਮਯੋਨ ਨੂੰ ਬੜੇ ਧਿਆਨ ਨਾਲ ਦੇਖਿਆ ਤੇ ਕਿਹਾ, ਤੂੰ ਯਹੂਨਾ ਦਾ ਪੁੱਤਰ ਹੈ, ਤੂੰ ਕੈਫਾ ਅਰਥਾਤ ਪਤਰਸ ਅਖਵਾਏਂਗਾ। ਇਹ ਬਹੁਤ ਜ਼ਰੂਰੀ ਸੀ ਇਹਨਾਂ ਸਾਰੀ ਕੌਮ ਦੇ ਲਈ, ਇਹ ਜਿਹੜੇ ਮਸਾਇਆ ਨੂੰ ਦਾ ਇੰਤਜ਼ਾਰ ਦੇ ਵਿੱਚ, ਮਸਾਇਆ ਦੇ ਇੰਤਜ਼ਾਰ ਦੇ ਵਿੱਚ ਸੀ। ਔਰ ਖਾਸ ਕਰਕੇ ਜਿਹੜੇ ਗਲੀਲ ਦੇ ਲੋਕ, ਇਹ ਗਰੀਬ ਲੋਕ ਸੀਗੇ, ਇਹਨਾਂ ਨੂੰ ਜਿਸ ਤਰ੍ਹਾਂ ਕਿ ਆਪਣੇ ਪਿੱਛੇ ਲਾਉਣ ਵਾਲੇ ਬਹੁਤ ਲੋਕ ਆ ਜਾਂਦੇ ਸੀ। ਜਿਸ ਤਰ੍ਹਾਂ ਕਿ ਅੱਜ ਅਸੀਂ ਦੇਖਦੇ ਹਾਂ ਹਿੰਦੁਸਤਾਨ ਦੇ ਵਿੱਚ ਵੀ ਦੇਖਦੇ ਹਾਂ, ਖਾਸ ਕਰਕੇ ਹਰੇਕ ਮੋੜ ਤੇ ਬਾਬਾ ਬੈਠਾ ਹੈ ਔਰ ਆਪਣੇ ਪਿੱਛੇ ਲੋਕਾਂ ਨੂੰ ਲਾ ਕੇ ਬੈਠਾ ਆ। ਹੁਣ ਇਹ ਨਹੀਂ ਹੈਗਾ ਕਿ ਉਹਦੇ ਕੋਲ ਕੁਛ ਨਹੀਂ ਹੈਗਾ, ਕੁਛ ਨਾ ਕੁਛ ਉਹਦੇ ਕੋਲ ਹੈਗਾ, ਤਦੇ ਉਹਦੇ ਲੋਕ ਪਿੱਛੇ ਜਾਂਦੇ। ਕਿਉਂਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਆਉਣਾ ਸੀ ਔਰ ਪ੍ਰਭੂ ਯਿਸੂ ਦੇ ਪਿੱਛੇ ਲੋਕਾਂ ਨੇ ਮੁਕਤੀ ਦੇ ਲਈ ਆਉਣਾ ਸੀ, ਸ਼ੈਤਾਨ ਵੀ ਹਰੇਕ ਸਾਲ ਤੇ ਹਰੇਕ ਮਹੀਨੇ ਦੇ ਵਿੱਚ ਕੋਈ ਨਾ ਕੋਈ ਨਵਾਂ ਮਸੀਹਾ ਖੜਾ ਕਰ ਰੱਖਦਾ ਸੀ ਔਰ ਉਸਨੂੰ 1-2 ਚੀਜ਼ਾਂ ਦੇ ਦਿੰਦਾ ਸੀ, ਜਿਸ ਦੇ ਨਾਲ ਉਹ ਉਹਨਾਂ ਦੇ ਅਨੁਸਾਰ, ਲੋਕਾਂ ਦੇ ਅਨੁਸਾਰ ਜੋ ਲੋਕ ਉਤੋਂ ਲੱਭਦੇ ਸੀਗੇ, ਉਹ ਲੋਕਾਂ ਨੂੰ ਉਹ ਚੀਜ਼ ਦੱਸ ਪੈਂਦੀ ਸੀ, ਲੋਕ ਉਹਦੇ ਪਿੱਛੇ ਤੁਰ ਪੈਂਦੇ। ਬਟ ਹੀ ਵਾਸ ਅ ਫਾਸਟ ਪ੍ਰੋਫੈਟ। ਸਾਨੂੰ ਕਿੱਦਾਂ ਪਤਾ ਕਿ ਇਹ ਲੋਕ ਆਉਂਦੇ ਸੀ? ਮੇਰੇ ਨਾਲ ਇੱਥੇ ਹੱਥ ਰੱਖਿਓ, ਇੱਥੋਂ ਗਵਾਇਓ ਨਾ, ਮੇਰੇ ਨਾਲ ਚੇਲਿਆਂ ਦੀ ਕਿਤਾਬ ਦੇ ਵਿੱਚ ਆਓ, ਉੱਥੋਂ ਮੈਂ ਤੁਹਾਨੂੰ ਇੱਕ ਹਿੱਸਾ ਦਿਖਾਉਣਾ ਕਿ ਏਦਾਂ ਦੇ ਲੋਕ ਜਿਹੜੇ ਸੀਗੇ ਉਹ ਆਉਂਦੇ ਜਾਂਦੇ ਰਹਿੰਦੇ ਸੀਗੇ। ਔਰ ਅਸੀਂ ਹੁਣ ਚੇਲਿਆਂ ਦੀ ਕਿਤਾਬ ਦੇ ਵਿੱਚ ਉਸ ਹਿੱਸੇ ਦੇ ਵਿੱਚ ਆਏ ਹਾਂ ਜਿੱਥੇ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਚੇਲੇ ਆ, ਉਹਨਾਂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੱਤਾ। ਪਵਿੱਤਰ ਆਤਮਾ ਉਹਨਾਂ ਨੂੰ ਮਿਲ ਚੁੱਕਾ। ਉਹ ਮੰਦਿਰ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ, ਉਹ ਬਿਲਕੁਲ ਨਹੀਂ ਕਿਸੇ ਤੋਂ ਡਰਦੇ। ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ, ਪ੍ਰਭੂ ਜੇਲ੍ਹਾਂ ਖੋਲ ਦਿੰਦਾ, ਵਾਪਸ ਆ ਕੇ ਮੁੜ ਕੇ ਫਿਰ ਉੱਥੇ ਪ੍ਰਚਾਰ ਕਰ ਰਹੇ ਹੁੰਦੇ ਆ। ਔਰ ਹੁਣ ਜਿਹੜੇ ਮੰਦਿਰ ਦੇ ਜਿਹੜੇ ਉੱਥੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਤੇ ਚੜਾਇਆ ਸੀਗਾ, ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਔਰ ਉਹ ਇਹ ਕਹਿ ਰਹੇ ਆ ਕਿ ਤੁਸੀਂ ਉਸ ਬੰਦੇ ਦਾ ਖੂਨ ਸਾਡੇ ਉੱਤੇ ਲਾਉਣਾ ਮੰਗਦੇ, ਤੁਸੀਂ ਇਹ ਕੰਮ ਬੰਦ ਕਰੋ। ਸੋ ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਪਈਆਂ ਤਾਂ ਇਸ ਵੇਲੇ ਜਿਹੜੇ ਉਹਨਾਂ ਦੇ ਜਿਹੜੇ ਚੇਲੇ ਆ, ਉਹਨਾਂ ਨੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਲੇਕਿਨ ਇੱਕ ਬੜਾ ਅਜੀਬ ਕੰਮ ਇੱਥੇ ਹੁੰਦਾ ਪਿਆ। ਅਗਰ ਤੁਸੀਂ ਮੇਰੇ ਨਾਲ ਕੋਈ ਜਾਣਾ 17 ਤੋਂ ਲੈ ਕੇ 32 ਤੱਕ ਪੜ੍ਹੇ, 5ਵਾਂ ਭਾਵ ਮਾਫ ਕਰਨਾ 216 ਪੰਨਾ, 5ਵਾਂ ਭਾਵ 17 ਤੋਂ ਲੈ ਕੇ 32 ਤੱਕ ਚੇਲਿਆਂ ਦੀ ਕਿਤਾਬ। ਮੈਂ ਪੜ੍ਹ ਦੇਣੀ ਪਾਸਟਰ ਜੀ। 17 ਤੋਂ ਲੈ ਕੇ ਕਿੰਨੇ ਤੱਕ ਪੜ੍ਹਨਾ? 17 ਤੋਂ ਲੈ ਕੇ 32 ਤੱਕ ਮੇਰੇ ਰਾਈਟ ਨਾ 32 ਤੱਕ। ਓਕੇ। ਇਸ ਤੋਂ ਮਹਾਪੁਰੋਹਿਤ ਤੇ ਉਸਦੇ ਸਾਰੇ ਸਾਥੀ ਅਰਥਾਤ ਸਥਾਨਕ ਸਦੂਕੀ ਦਲ ਦੇ ਲੋਕੀ ਈਰਖਾ ਨਾਲ ਭਰ ਗਏ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ। ਪਰ ਰਾਤ ਦੇ ਵੇਲੇ ਇੱਕ ਸਵਰਗਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਜਾਓ ਮੰਦਿਰ ਵਿੱਚ ਖੜੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਗੱਲਾਂ ਦੱਸੋ। ਉਹਨਾਂ ਇਹ ਸੁਣਿਆ ਅਤੇ ਸਵੇਰ ਹੁੰਦਿਆਂ ਹੀ ਉਹ ਮੰਦਿਰ ਵਿੱਚ ਗਏ ਤੇ ਉਪਦੇਸ਼ ਦੇਣ ਲੱਗੇ। ਜਦੋਂ ਮਹਾਪੁਰੋਹਿਤ ਅਤੇ ਉਸਦੇ ਸਾਥੀ ਆਏ ਤਾਂ ਉਹਨਾਂ
ਸਭਾ ਅਰਥਾਤ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਸੱਦਿਆ ਅਤੇ ਹਵਾਲਾਤ ਵਿੱਚ ਹੁਕਮ ਘੱਲਿਆ ਕਿ ਪ੍ਰਮੁੱਖ ਚੇਲਿਆਂ ਨੂੰ ਲਿਆਇਆ ਜਾਵੇ। ਪਰ ਜਦੋਂ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪ੍ਰਮੁੱਖ ਚੇਲੇ ਉੱਥੇ ਨਾ ਮਿਲੇ। ਇਸ ਲਈ ਉਹਨਾਂ ਵਾਪਸ ਆ ਕੇ ਸਮਾਚਾਰ ਦਿੱਤਾ, ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਨਾਲ ਬੰਦ ਹਾਲਤ ਵਿੱਚ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜੇ ਦੇਖਿਆ, ਪਰ ਜਦੋਂ ਅਸੀਂ ਬੂਹਾ ਖੋਲ੍ਹਿਆ ਤਾਂ ਕਿਸੇ ਨੂੰ ਅੰਦਰ ਨਾ ਦੇਖਿਆ। ਜਦੋਂ ਮੰਦਰ ਦੀ ਪੁਲਿਸ ਦੇ ਕਪਤਾਨ ਅਤੇ ਮਹਾਪੁਰੋਹਿਤਾਂ ਨੇ ਸੁਣਿਆ ਤਾਂ ਉਹ ਚਿੰਤਾ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ। ਇੰਨੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਸਮਾਚਾਰ ਦਿੱਤਾ, ਜਿਨ੍ਹਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਕੀਤਾ ਸੀ ਉਹ ਮੰਦਰ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਇਆ, ਪਰ ਬਲਪੂਰਵਕ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਥਰਾਓ ਨਾ ਕਰਨ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ। ਮਹਾਪੁਰੋਹਿਤ ਨੇ ਉਹਨਾਂ ਤੋਂ ਪੁੱਛਿਆ ਕਿ ਅਸੀਂ ਤੁਹਾਨੂੰ ਸਖਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਨਾਂ ਤੇ ਸਿੱਖਿਆ ਨਾ ਦੇਣਾ, ਪਰ ਤੁਸੀਂ ਸਾਰਾ ਯਰੂਸ਼ਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਆਦਮੀ ਦਾ ਖੂਨ ਸਾਡੇ ਸਿਰ ਮੜਨਾ ਚਾਹੁੰਦੇ ਹੋ। ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਨੇ ਉੱਤਰ ਦਿੱਤਾ, ਸਾਡੇ ਲਈ ਆਦਮੀਆਂ ਨਾਲੋਂ ਪਰਮੇਸ਼ਵਰ ਦੀ ਆਗਿਆ ਮੰਨਣੀ ਜ਼ਰੂਰੀ ਹੈ। ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰ ਦਿੱਤਾ, ਜਿਸ ਨੂੰ ਅਸੀਂ ਸਲੀਬ ਉੱਤੇ ਚੜਾ ਕੇ ਮਾਰ ਦਿੱਤਾ ਸੀ। ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਸਰਦਾਰ ਅਤੇ ਮੁਕਤੀਦਾਤਾ ਦਾ ਉੱਚਾ ਪਦ ਦਿੱਤਾ ਕਿ ਉਹ ਇਜ਼ਰਾਈਲ ਕੌਮ ਨੂੰ ਪਛਤਾਤਾਪ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫੀ ਦੇਵੇ। ਇਹਨਾਂ ਗੱਲਾਂ ਦੇ ਅਸੀਂ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ, ਜਿਸ ਨੂੰ ਪਰਮੇਸ਼ਵਰ ਨੇ ਆਪਣੀ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ। ਸੋ ਅਗਰ ਤੁਸੀਂ ਦੇਖੋ ਤਾਂ ਇਹਨਾਂ ਦੇ ਵਿੱਚ ਇੱਕ ਜਜ਼ਬਾ ਆ ਜਿਸ ਦਾ ਪ੍ਰਚਾਰ ਕਰਦਾ ਪਿਆ। ਹੁਣ ਸਿਰਫ ਮਸੀਹ ਪ੍ਰਚਾਰ ਨਹੀਂ ਕਰਦਾ ਪਿਆ, ਹੁਣ ਗਾਂ ਉਸਦੇ ਚੇਲੇ ਪ੍ਰਚਾਰ ਕਰਦੇ ਪਏ ਆ, ਔਰ ਉਹ ਗਲੀਲ ਦੇ ਲੋਕ ਆ। ਅਸੀਂ ਇਹਨਾਂ ਦੋਨਾਂ ਲੋਕਾਂ ਨੂੰ ਚੁਣ ਹੁੰਦੇ ਦੇਖਿਆ, ਜਿਸ ਲਈ ਅਸੀਂ ਉਹ ਹਿੱਸਾ ਪੜ੍ਹਿਆ। ਇਹਨਾਂ ਨੂੰ ਚੁਣ ਹੁੰਦੇ ਦੇਖਿਆ, ਪ੍ਰਭੂ ਨੇ ਇਹਨਾਂ ਨੂੰ ਚੁਣਿਆ। ਇਹ ਪਹਿਲਾਂ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਸੀ, ਔਰ ਉੱਥੋਂ ਇਹ ਪ੍ਰਭੂ ਯਿਸੂ ਦੇ ਕੋਲ ਆਏ। ਲੋਕ ਯਹੋਨਾ ਨੂੰ ਵੀ ਮੰਨਦੇ ਸੀ ਕਿ ਉਹ ਮਸੀਹ ਆ, ਪਰ ਉਸਨੇ ਆਪਣੇ ਆਪ ਨੂੰ ਕਹਿਤਾ ਮੈਂ ਮਸੀਹ ਨਹੀਂ। ਪਰ ਬਹੁਤ ਸਾਰੇ ਸੀਗੇ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਪਏ ਸੀ, ਬਹੁਤ ਸਾਰੇ ਸੀ। ਔਰ ਉਹਨਾਂ ਹੁਣ ਅਸੀਂ ਦੋ ਉਦਾਹਰਨਾਂ ਅਸੀਂ ਦੇਖਾਂਗੇ, ਔਰ ਉਹਨਾਂ ਨੇ ਦੇਖੋ ਕਿੰਨੀ ਸੁੰਦਰਤਾ ਦੇ ਨਾਲ ਇਸ ਚੀਜ਼ ਨੂੰ ਉਹਨਾਂ ਦੇ ਅੱਗੇ ਪੇਸ਼ ਕੀਤਾ। ਗਲੀਲ ਦੇ ਲੋਕ ਜਿਹੜੇ ਖੋਟੇ ਸਿੱਕੇ ਸੀ, ਉਹ ਲੋਕ ਸੈਨਹੇਡਰਨ ਨੂੰ ਪ੍ਰਭੂ ਯਿਸੂ ਮਸੀਹ ਦੀ ਤਰ੍ਹਾਂ ਪ੍ਰਭੂ ਦਾ ਵਚਨ ਸੁਣਾਉਂਦੇ ਪਏ। Isn't that amazing? ਉਹਨਾਂ ਬਜ਼ੁਰਗਾਂ ਨੂੰ ਜਿੱਥੇ ਪ੍ਰਭੂ ਨੇ 12 ਸਾਲ ਦੀ ਉਮਰ ਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਸੀ, ਔਰ ਉਹ ਉਹਨਾਂ ਨੂੰ ਦੱਸਦੇ ਪਏ ਆ, ਉਹ ਕੁਛ ਨਾ ਕੁਛ ਦੇਖਦੇ ਪਏ ਆ। ਉਹ ਤਦੇ ਨਹੀਂ ਉਹਨਾਂ ਨੂੰ ਬਲਪੂਰਵਕ ਲਿਆਉਂਦੇ ਪਏ, ਉਹਨਾਂ ਨੂੰ ਪਤਾ ਆ ਕੁਛ ਹੁੰਦਾ ਪਿਆ। ਔਰ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਬਜ਼ੁਰਗ ਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਥੀਓਲੋਜੀਕਲ ਯੂਨੀਵਰਸਿਟੀਆਂ ਉੱਥੇ ਚਲਾਉਂਦੇ ਸੀਗੇ, ਉਹਨਾਂ ਵਿੱਚ ਉਹ ਵੀ ਬਜ਼ੁਰਗ ਹੁੰਦੇ ਸੀਗੇ, ਜਿਹੜੇ ਸਾਰੇ ਧਰਮ ਦੀਆਂ, ਜਦੋਂ ਅਸੀਂ ਬਾਇਓ ਸੈਮੀਨਰੀ ਦੇ ਵਿੱਚ ਜਾਂਦੇ, ਜਿਹੜੇ ਸੈਮੀਨਰੀਆਂ ਚਲਾਉਂਦੇ ਸੀਗੇ, ਉਹ ਵੀ ਬਜ਼ੁਰਗ ਸੀਗੇ। ਔਰ ਜਿਹੜਾ ਉਹਨਾਂ ਦਾ ਟੋਟਲੀ ਹੈਡ ਆਫ ਡਿਪਾਰਟਮੈਂਟ ਬੰਦਾ ਸੀ, ਉਸਦਾ ਨਾਮ ਸੀ ਗਮਾਲੀਅਲ। ਆਓ ਹੁਣ ਅਸੀਂ ਇਸ ਨੂੰ ਦੇਖੀਏ। ਅਸੀਂ 33 ਆਇਤ ਤੋਂ ਲੈ ਕੇ 42 ਆਇਤ ਤੱਕ ਕੋਈ ਜਨਾਬ। ਜਦੋਂ ਉਹਨਾਂ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਪ੍ਰਮੁੱਖ ਚੇਲਿਆਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ। ਪਰ ਗਮਲੀਏਲ ਨਾਂ ਦਾ ਇੱਕ ਫਰੀਸੀ, ਜੋ ਨੇਮ ਸ਼ਾਸਤਰ ਦਾ ਪੜ੍ਹਾਉਣ ਵਾਲਾ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜਾ ਹੋਇਆ ਤੇ ਪ੍ਰਮੁੱਖ ਚੇਲਿਆਂ ਨੂੰ ਥੋੜੇ ਸਮੇਂ ਲਈ ਬਾਹਰ ਘੱਲਣ ਲਈ ਗਿਆ। ਉਸਨੇ ਸਭਾ ਦੇ ਲੋਕਾਂ ਨੂੰ ਕਿਹਾ, ਹੇ ਇਜ਼ਰਾਈਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ। ਕੁਝ ਸਮਾਂ ਪਹਿਲੇ ਥਿਉਦਾਸ ਉੱਠਿਆ ਸੀ। ਉਹ ਕਹਿੰਦਾ ਸੀ ਕਿ ਉਹ ਵੀ ਕੁਝ ਹੈ। ਕੋਈ 400 ਆਦਮੀ ਵੀ ਉਸਦੇ ਪਿੱਛੇ ਲੱਗ ਗਏ, ਪਰ ਉਹ ਮਾਰਿਆ ਗਿਆ। ਪਿੱਛੋਂ ਉਸਦੇ ਸਮਰਥਕ ਵੀ ਖਿੰਡ ਗਏ ਅਤੇ ਪਿੱਛੋਂ ਕੁਝ ਵੀ ਨਾ ਬਚਿਆ। ਇਸ ਦੇ ਪਿੱਛੋਂ ਜਨਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾ ਉੱਠਿਆ ਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ, ਪਰ ਉਹ ਵੀ ਮਾਰਿਆ ਗਿਆ ਤੇ ਉਸਦੇ ਪਿੱਛੇ ਚੱਲਣ ਵਾਲੇ ਵੀ ਖਿੰਡ ਪੁੰਡ ਗਏ। ਇਸ ਲਈ ਇਸ ਮਾਮਲੇ ਵਿੱਚ ਮੇਰਾ ਤੁਹਾਨੂੰ ਕਹਿਣਾ ਹੈ, ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ, ਕਿਉਂਕਿ ਜੇਕਰ ਇਹ ਯੋਜਨਾ ਦਾ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪੇ ਖਤਮ ਹੋ ਜਾਵੇਗਾ, ਪਰ ਜੇਕਰ ਇਹ ਪਰਮੇਸ਼ਵਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕੋਗੇ।
ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿਰੁੱਧ ਲੜਦੇ ਦੇਖੋ। ਉਹਨਾਂ ਨੇ ਇਹ ਗੱਲ ਮੰਨ ਲਈ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਸੱਦਿਆ, ਪਿਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯਿਸੂ ਦੇ ਨਾਂ ਤੇ ਫਿਰ ਨਾ ਬੋਲਣਾ ਛੱਡ ਦਿੱਤਾ। ਪਰ ਪ੍ਰਮੁੱਖ ਚੇਲੇ ਸਭਾ ਦੇ ਸਾਹਮਣੇ ਖੁਸ਼ੀ ਨਾਲ ਗਏ ਅਤੇ ਉਹਨਾਂ ਨੂੰ ਇਸ ਨਾਂ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ। ਉਹ ਹਰ ਦਿਨ ਬਿਨਾਂ ਰੁਕੇ ਮੰਦਰ ਵਿੱਚ ਅਤੇ ਘਰ ਘਰ ਜਾ ਕੇ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ਮਸੀਹ ਹੈ। ਇਸ ਥਾਂ ਤੇ ਮੈਂ ਤੁਹਾਨੂੰ ਤਾਂ ਲੈ ਕੇ ਆਇਆ, ਇਸ ਸਮੇਂ ਦੇ ਵਿੱਚ ਮੈਂ ਤੁਹਾਨੂੰ ਤਾਂ ਲੈ ਕੇ ਆਇਆ ਕਿ ਉੱਥੇ ਬਹੁਤ ਸਾਰੇ ਮਸੀਹ ਬੈਠੇ ਹੋ ਸੀਗੇ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਸੀਗੇ, ਪਰ ਸੀ ਨਹੀਂ। ਨਿਸ਼ਾਨਾਤ ਉੱਥੇ ਹੈ ਨਹੀਂ ਸੀ ਜਿਹੜੇ ਚਾਹੀਦੇ ਸੀ। ਪਰ ਜਿਸ ਲਈ ਮਸੀਹ ਆਇਆ ਤੇ ਉਹ ਸਾਰੇ ਨਿਸ਼ਾਨਾਤ ਉੱਥੇ ਆ। ਉਹ ਹਰ ਜਗ੍ਹਾ ਉਸਦਾ ਜਨਮ, ਉਸਦੇ ਬੱਚਾ ਆ, ਉਸਦੀ ਮੌਤ ਦੇ ਬਾਰੇ, ਉਸਦੀ ਬੱਚੇ ਦੀ ਮੌਤ ਦੇ ਬਾਰੇ ਉਹਦੀ ਮਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਮਸੀਹ ਹੈ, ਇਹ ਮਸੀਹ ਆ, ਇਹ ਹੈ ਉਹ ਮੇਮਣਾ ਜਿਹੜਾ ਸਾਰੀ ਦੁਨੀਆ ਦੀ ਮੁਕਤੀ ਦਾ ਕਾਰਨ ਹੋਏਗਾ, ਜਿਹੜਾ ਦਇਆ ਲੈ ਕੇ ਆਇਆ, ਜਿਹੜਾ ਹਿਸਾਬ ਲੈ ਕੇ ਨਹੀਂ ਆਇਆ, ਜਿਹੜਾ ਇਹ ਨਹੀਂ ਕਹਿੰਦਾ ਕਿ ਜਦ ਧਰਮ ਦੇ ਉੱਤੇ ਆਪੱਤੀ ਆਉਂਦੀ ਆ ਤਾਂ ਪਰਮੇਸ਼ਵਰ ਆਉਂਦਾ ਧਰਮ ਨੂੰ ਬਚਾਉਣ ਦੇ ਲਈ ਤੇ ਪਾਪੀ ਦਾ ਨਾਸ਼ ਕਰਨ ਦੇ ਲਈ, ਸਾਧੂ ਜਨ ਨੂੰ ਬਚਾਉਣ ਦੇ ਲਈ, ਪਾਪੀ ਦਾ ਨਾਸ਼ ਕਰਨ ਦੇ ਲਈ। ਲੇਕਿਨ ਇਹ ਆਇਆ, ਇਹ ਪਾਪੀ ਦਾ ਨਾਸ਼ ਕਰਨ ਨਹੀਂ ਆਇਆ, ਪਾਪੀ ਨੂੰ ਬਚਾਉਣ ਆਇਆ। ਔਰ ਜਿਸ ਨੂੰ ਪਤਾ ਲੱਗ ਗਿਆ ਕਿ ਮੈਨੂੰ ਮੇਰੇ ਅੰਦਰੋਂ ਦੁਰਗੰਧ ਆਉਂਦੀ, ਚਾਹੇ ਉਹ ਜਿੱਥੇ ਮਰਜੀ ਬੈਠਾ ਹੈ, ਜਿਸ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਮੇਰੇ ਅੰਦਰੋਂ ਦੁਰਗੰਧ ਆਉਂਦੀ ਪਈ, ਮੈਂ ਕਰਦਾ ਤਾਂ ਜ਼ਰੂਰ ਪਿਆ ਸਾਰਾ ਕੁਛ, ਤੇ ਫਿਰ ਯਿਸੂ ਨੂੰ ਕਹਿੰਦਾ ਕਿ ਠੀਕ ਹੈ, ਤੈਨੂੰ ਪਤਾ ਲੱਗ ਗਿਆ ਕਿ ਪਾਪੀ ਢੂੰढਣ ਮੈਂ ਗਿਆ, पापी मिला ना कोई, अंदर झात के देखो तो मुझसे पापी ना कोई। मेरे तो बड़ा पापी जिन्होंने पता लग जाता ना कि मेरे जेड़ा अंदर आ बुरा ढूंढने में, मेरे तो अपने तो बुरा हो कोई, जिसलिए मैं अपने अंदर चाती मार के ओ जिहदियां अखां अंदर नूं देखण लग पैंदियां, उस वेले ते इंसान नूं पता लगता कि अंदर दा हाल की। फिर वो प्रभु को आता, फिर वो रोंदा, फिर वो उस मुक्ति नूं पाउंदा, उस मुक्ति दी जिहड़ी खुशी आ फिर उस नूं फिर उड़ाई फिरदी। इस करके मैं हमेशा अपने मसीही भैन भरावां नूं कहना हूं, प्रभु दा शुक्र सानूं सारियां चीज़ां दिंदा, पर उन्हां चीज़ां च ना फस अपनी मुक्ति दी खुशी, अपने आप नूं उस मुक्ति दे आनंद दे विच लैके आओ। अपनी पुठी गिणती करो, पुठी गिणती शुरू करो। ये नहीं कि मेरी उम्र 51 साल की हो गई है, पर यह देखदियां होया कि यू नो व्हाट द मैक्सिमम जे मैं जिया भी 70 साल की उम्र तक जी लूंगा, सारियां तां चोलां बिंगियां, मेरे सिर्फ 70 साल, मेरे सिर्फ 19 साल रह गए। जे मैं जिया 19 साल रह गए, मैं प्रभु के घर जाना, मैं घर जा रहा, 19 घर जान नूं 19 साल पुठी गिनती, आनंद पुठी गिनती च, पुठी गिनती च आनंद बहुत होता। तो फिर घर दी आहट सुनन लग पैंदी। इसलिए असीं प्रभु दे वचन दे विच इत्थे जाने आ तां असीं ये देखदे आ उत्थे कि ओ प्रभु नूं वापस आ जाओ मेरे को, यूहन्ना दे विच आ जाओ वापस, यूहन्ना दे पहले चैप्टर दे विच ते उत्थे ये लोग उन्हां नूं आके कहंदे पए आ, देखो 40 नहीं आए, और इस इलाके दे विच बहुत सारे पहला मसीह आ चुके, यसू पहला नहीं, बहुत सारे इत्थे आ चुके हो।
ਸੋ ਉਹਨਾਂ ਦੋਹਾਂ ਦੇ ਵਿੱਚੋਂ ਜਿਹੜੇ ਯਹੂਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ ਸਨ, ਇੱਕ ਸ਼ਮਾਉਨ ਪਤਰਸ ਦਾ ਭਰਾ ਆਂਦਰਿਆਸ ਸੀ। ਆਂਦਰਿਆਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਾਉਨ ਨੂੰ ਮਿਲਿਆ ਅਤੇ ਉਸਨੂੰ ਕਿਹਾ, ਅਸੀਂ ਮਸੀਹ ਅਰਥਾਤ ਪਰਮੇਸ਼ਰ ਦਾ ਅਭਿਸ਼ੇਕ ਕੀਤਾ ਰਾਜਾ ਲੱਭ ਲਿਆ। ਸ਼ਮਾਉਨ ਯਿਸੂ ਦੇ ਕੋਲ ਗਿਆ ਅਤੇ ਯਿਸੂ ਨੇ ਸ਼ਮਾਉਨ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਤੇ ਕਿਹਾ, ਤੂੰ ਯਹੂਨਾ ਦਾ ਪੁੱਤਰ ਹੈ, ਤੂੰ ਕੈਫਾ ਅਰਥਾਤ ਪਤਰਸ ਅਖਵਾਏਂਗਾ। ਉਸਦਾ ਨਾਮ ਬਦਲਿਆ, ਤੂੰ ਪਤਰਸ ਅਖਵਾਏਂਗਾ। ਅੱਗੇ ਦੇਖੋ ਕੀ ਹੋਇਆ। ਅੱਗੇ ਜਿਹੜੀ ਚੀਜ਼ ਆ ਬੜੀ ਪਿਆਰੀ। ਅਗਲੇ ਦਿਨ ਯਿਸੂ ਗਲੀਲ ਦੇ ਇਲਾਕੇ ਵਿੱਚ ਜਾਣ ਦਾ ਫੈਸਲਾ ਕੀਤਾ। ਉੱਥੇ ਉਹਨਾਂ ਨੇ ਫਿਲਿਪਸ ਮਿਲਿਆ। ਯਿਸੂ ਨੇ ਫਿਲਿਪਸ ਨੂੰ ਕਿਹਾ, ਮੇਰੇ ਪਿੱਛੇ ਆ। ਫਿਲਿਪਸ ਆਂਦਰਿਆਸ ਅਤੇ ਪਤਰਸ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ। ਫਿਰ ਫਿਲਿਪਸ ਨਥਾਨੀਅਲ ਨੂੰ ਮਿਲਿਆ ਅਤੇ ਉਸਨੇ ਨਥਾਨੀਅਲ ਨੂੰ ਕਿਹਾ, ਜਿਸ ਦੇ ਬਾਰੇ ਮੂਸਾ ਨੇ ਵਿਵਸਥਾ ਦੇ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਸ ਨੂੰ ਅਸੀਂ ਲੱਭ ਲਿਆ। ਸੋ ਇਟ ਮੀਨਸ ਜੇ ਅਸੀਂ ਗਮਾਲੀਅਲ ਦੀ ਗੱਲ ਨੂੰ ਦੇਖੀਏ, ਰਾਈਟ, ਗਮਾਲੀਅਲ ਦੀ ਗੱਲ ਨੂੰ ਦੇਖੀਏ, ਜੋ ਉਹਨਾਂ ਦਾ ਇੱਕ ਥਿਓਲੋਜੀਕਲ ਟੀਚਰ ਆ, ਜੋ ਉਹਨਾਂ ਦੇ ਧਰਮ ਗਿਆਨੀ ਆ, ਜਿਹੜਾ ਪੜਾਉਂਦਾ ਆ, ਅਗਰ ਉਸ ਦੀ ਗੱਲ ਨੂੰ ਦੇਖੀਏ ਤਾਂ ਹਾਲੇ ਤੱਕ ਅਗਰ ਬੇਸਿਕਲੀ ਜੇ ਦੂਜੇ ਪਾਸੇ ਵੀ ਦੇਖੀਏ, ਪ੍ਰਭੂ ਯਿਸੂ ਮਸੀਹ 12 ਸਾਲ ਦੇ ਸੀ ਜਦੋਂ ਉਹ ਮੰਦਰ ਦੇ ਵਿੱਚ ਆਏ। 12 ਸਾਲ ਉਹ ਸੈਨਹੇਡਰਨ ਦੇ ਨਾਲ ਬੇਸਿਕਲੀ 2 ਜਾਂ 3 ਦਿਨ ਉੱਥੇ ਉਹਨਾਂ ਦੇ ਨਾਲ ਉਹ ਗੱਲ ਕਰਦੇ। He knew something is here. ਜੇ ਪ੍ਰਭੂ 12 ਸਾਲ ਦੇ ਸੀ, 33 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੀ ਮੌਤ ਹੋਈ ਆ। 21 ਸਾਲ ਦੀ ਗੱਲ ਆ, ਕੋਈ ਖਾਸ ਵੱਡੀ ਗੱਲ ਨਹੀਂ। 21 ਸਾਲ ਦੀ ਗੱਲ ਆ। ਸਾਨੂੰ ਅਗਰ ਕੋਈ ਪੁੱਛੇ, ਅਸੀਂ ਸਾਨੂੰ 84 ਦੀਆਂ ਜਿਹੜੀਆਂ ਗੱਲਾਂ ਸਾਡੇ ਪੰਜਾਬੀਆਂ ਦੇ ਨਾਲ ਹੋਈਆਂ ਉੱਥੇ, ਸਾਨੂੰ ਸਾਡੀਆਂ ਉਂਗਲਾਂ ਤੇ ਉਹ ਸਾਰੀਆਂ ਚੀਜ਼ਾਂ ਸਾਨੂੰ ਸਾਰਾ ਕੁਝ ਚੇਤੇ। ਇਸੇ ਤਰ੍ਹਾਂ ਉਹਨਾਂ ਨੂੰ ਇਹ ਚੀਜ਼ਾਂ ਚੇਤੇ ਸੀ ਕਿ ਕੁਛ ਹੋ ਰਿਹਾ ਆ, ਕੁਛ ਚੱਲ ਰਿਹਾ। ਔਰ ਦੇਖੋ ਉਸਦੀ ਸਮਝ, ਉਸਨੇ ਕਿਹਾ, ਥਿਓਦਾਸ ਆਇਆ ਸੀ, ਯਹੂਦਾ ਆਇਆ ਸੀ, ਉਹ ਆਪਣੇ ਆਪ ਨੂੰ ਮਸੀਹ ਕਹਿੰਦੇ ਸੀ। ਉਹਨਾਂ ਦੇ ਪਿੱਛੇ ਲੋਕ ਲੱਗ ਗਏ, ਉਹ ਮਾਰਿਆ ਗਿਆ, ਦੋਨੋਂ ਮਾਰੇ ਗਏ, ਦੋਨਾਂ ਦੇ ਚੇਲੇ ਖਿੰਡ ਪੁੰਡ ਗਏ। ਇਹ ਖਿੰਡ ਪੁੰਡ ਨਹੀਂ ਰਹੇ, ਇਕੱਠੇ ਹੋਏ। There's something here. There's something here. ਉਹ ਪਿਲਰ ਜਿਹੜੇ ਦੀ ਮੈਂ ਗੱਲ ਕਰਦਾ ਮੈਂ, ਜਿਹੜੇ ਧਰਤੀ ਤੇ ਲੱਗੇ ਹੋਏ, ਜਿਹੜੇ ਯਿਸੂ ਵੱਲ ਇਸ਼ਾਰਾ ਕਰਦੇ ਪਏ, ਉਹਦੇ ਵੱਲ ਇਸ਼ਾਰਾ ਕਰਦੇ ਪਏ, ਇਹ ਹੋਇਆ ਆ ਗਿਆ। ਸੋ ਹੁਣ ਇਹ ਵੀ ਬੰਦਾ ਇੰਤਜ਼ਾਰ ਕਰਦਾ ਵੀ 45 ਆਇਤ ਚ ਆ ਜਾਓ। ਫਿਰ ਫਿਲਿਪਸ ਨੇ ਨਥਾਨੀਅਲ ਨੂੰ ਮਿਲਿਆ ਤੇ ਉਸਨੇ ਨਥਾਨੀਅਲ ਨੂੰ ਕਿਹਾ, ਜਿਸ ਦੇ ਬਾਰੇ ਮੂਸਾ ਨੇ ਵਿਵਸਥਾ ਦੇ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਸਨੂੰ ਅਸੀਂ ਲੱਭ ਲਿਆ ਹੈ। ਉਹ ਜਿਹੜੀਆਂ ਅਸੀਂ ਸਾਰੇ ਪੁਰਾਣੇ ਨਿਯਮ ਦੇ ਵਿੱਚ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਪੜ੍ਹੀਆਂ ਸੀਗੀਆਂ, ਯਸਾਇਆ ਨਬੀ ਦੇ ਵਿੱਚ ਜ਼ਿਆਦਾ ਅਸੀਂ ਰਹੇ ਹਾਂ, ਉਸ ਤੋਂ ਬਾਅਦ ਹੋਰ ਨਾ ਅਸੀਂ ਜਰਮਾਇਆ ਨਬੀ ਦੇ ਵਿੱਚ ਵੀ ਪੜ੍ਹੀਆਂ, ਅਸੀਂ ਅਜ਼ੇਕਿਲ ਦੇ ਵਿੱਚ ਵੀ ਪੜ੍ਹੀਆਂ, ਅਸੀਂ ਛੋਟਿਆਂ ਨਬੀਆਂ ਦੇ ਵਿੱਚ ਵੀ ਪੜ੍ਹੀਆਂ ਸੀ ਸਾਰੀਆਂ ਚੀਜ਼ਾਂ। ਉਹ ਲੋਕ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੇ ਪਏ ਸੀ। ਅਸੀਂ ਉਸ ਨੂੰ ਲੱਭ ਲਿਆ ਹੈ। ਉਹ ਯੂਸਫ ਦਾ ਪੁੱਤਰ ਯਿਸੂ ਹਨ, ਜੋ ਨਾਸਰਤ ਨਗਰ ਦੇ ਰਹਿਣ ਵਾਲੇ ਹਨ। ਨਥਾਨੀਅਲ ਨੇ ਕਿਹਾ, ਕਿ ਨਾਸਰਤ ਵਿੱਚ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ? ਕਿਉਂ ਉਸਨੇ ਇਹ ਚੀਜ਼ ਕਹੀ? ਨੰਬਰ 1, ਗਲੀਲ ਦਾ ਇਲਾਕਾ ਖੋਟਾ ਸਿੱਖ। ਦੂਸਰਾ, ਗਲੀਲ ਦੇ ਵਿੱਚੋਂ ਹੁਣੇ ਹੀ ਇੱਕ ਯਹੂਦਾ ਨਾਂ ਦਾ ਵੀ ਉੱਠ ਕੇ ਖੜਾ ਹੋਇਆ, ਔਰ ਉਹ ਵੀ ਆਪਣੇ ਆਪ ਨੂੰ ਮਸੀਹ ਕਹਿੰਦਾ ਸੀ, ਔਰ ਉਹਦੇ ਪਿੱਛੇ ਵੀ ਲੋਕ ਲੱਗ ਗਏ ਸੀ, ਔਰ ਉਹ ਆਪ ਮਾਰਿਆ ਗਿਆ, ਲੋਕਾਂ ਨੂੰ ਵੀ ਮਰਵਾਤਾ ਸੀ। ਔਰ ਕੀ ਨਾਸਰਤ ਵਿੱਚੋਂ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ? ਫਿਲਿਪਸ ਨੇ ਕਿਹਾ, ਆ ਤੇ ਦੇਖ। ਕਮੈਂਟ ਸੇ ਜਦੋਂ ਯਿਸੂ ਨਥਾਨੀਅਲ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤੇ ਉਸਨੇ ਕਿਹਾ, ਦੇਖੋ ਸੱਚਾ ਹੈ, ਇਸ ਵਿੱਚ ਕਿਸੇ ਤਰ੍ਹਾਂ ਦਾ ਛਲ ਕਪਟ ਨਹੀਂ ਹੈ। ਨਥਾਨੀਅਲ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਯਿਸੂ ਨੇ ਉੱਤਰ ਦਿੱਤਾ, ਫਿਲਿਪਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ
ਨਥਾਨੀਅਲ ਨੇ ਇੱਕਦਮ ਬੋਲ ਉੱਠਿਆ, ਗੁਰੂ ਜੀ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਰਾਜਾ। ਕੀ ਪ੍ਰਭੂ ਯਿਸੂ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ। ਕੀ ਪ੍ਰਭੂ ਯਿਸੂ ਨੇ ਬਹੁਤ ਵੱਡੀ ਇੱਥੇ ਗੱਲ ਕਹਿ ਦਿੱਤੀ। Well, then we need to know ਕਿ ਅੰਜੀਰ ਦਾ ਰੁੱਖ ਹੁੰਦਾ ਕੀ। ਅੰਜੀਰ ਦਾ ਜਿਹੜਾ ਰੁੱਖ ਹੁੰਦਾ ਉਸਦੇ ਪੱਤੇ ਜਿੱਦਾਂ ਮੇਰੇ 2 ਹੱਥ ਐਡੇ ਐਡੇ ਵੱਡੇ ਉਸਦੇ ਪੱਤੇ, ਔਰ ਉਸਦੇ ਜਿਹੜਾ ਜਿਸ ਵੇਲੇ ਉਸਦੇ ਪੱਤੇ ਵੱਧਦੇ ਤਾਂ ਉਸਦਾ ਜਿਹੜਾ ਝੁਕਾਇਆ ਟਾਹਣੀਆਂ ਬਹੁਤ ਕਮਜ਼ੋਰ ਹੁੰਦੀਆਂ ਉਸਦੀਆਂ, ਉਹ ਥੱਲੇ ਅੱਗ ਲੱਗਦੀਆਂ, ਔਰ ਉਹਦੇ ਅੰਦਰ ਬੈਠਾ ਬੰਦੇ ਦਾ ਪਤਾ ਨਹੀਂ ਲੱਗਦਾ ਕਿ ਅੰਦਰ ਕੌਣ ਬੈਠਾ। ਔਰ ਮੋਸਟਲੀ ਜਿਹੜੇ ਲੋਕ ਉੱਥੇ ਥੱਲੇ ਜਾ ਕੇ ਅੰਦਰ ਬੈਠ ਕੇ ਜਿਹੜੇ ਲੋਕ ਦੁਆ ਕਰਦੇ, ਉਹ ਕਹਿੰਦਾ ਮੈਨੂੰ ਤਾਂ ਕਿਸੇ ਨੇ ਦੇਖਿਆ ਨਹੀਂ ਕਿ ਮੈਂ ਉੱਥੇ ਬੈਠਾ, ਤੈਨੂੰ ਕਿੱਦਾਂ ਪਤਾ ਮੈਂ ਉੱਥੇ ਬੈਠਾ। ਸਭ ਤੋਂ ਕਿਆ ਸੱਚਾ ਇਜ਼ਰਾਈਲ ਜਿਸ ਦੇ ਵਿੱਚ ਕੋਈ ਛਲ ਕਪਟ ਨਹੀਂ, ਜੋ ਸੱਚਮੁੱਚ ਆਪਣੇ ਆਪ, ਕਹਿਣ ਦਾ ਕੀ ਮਤਲਬ, ਛਲ ਕਪਟ ਦੇ ਨਾਲ ਤਾਂ ਅਸੀਂ ਭਰੇ ਹਾਂ, ਪਰ ਜਿਸ ਵੇਲੇ ਅਸੀਂ ਆਪਣੇ ਅੰਦਰ ਨੂੰ ਕਹਿਤਾ ਕਿ ਮੇਰੇ ਅੰਦਰ ਉਹ ਮੱਛੀ ਵਾਲੀ ਬੋ ਮੇਰੇ ਅੰਦਰ, ਮੇਰਾ ਪਾਪ ਅੰਦਰ ਪਾਪ ਨਾਲ ਭਰਿਆ ਪਿਆ, ਆਪਣਾ ਆਪ ਦੇਖ ਲਿਆ, ਤੇ ਫਿਰ ਮੈਂ ਛਲ ਕਪਟ ਨਹੀਂ ਕਰਦਾ ਆਪਣੇ ਆਪ ਦੇ, ਫਿਰ ਮੈਂ ਲੱਭ ਰਿਹਾ। ਪਰ ਜਿੰਨੀ ਦੇਰ ਤੱਕ ਮੈਂ ਇਹ ਕਹਿਣਾ ਪਿਆ ਕਿ ਮੈਂ ਤਾਂ ਪ੍ਰਭੂ ਦੇ ਲਈ ਆਪਣਾ ਸਿਰ ਸ਼ੇਵ ਕਰਾਇਆ ਹੈ, ਮੈਂ ਤਾਂ ਸਿਰਫ 2.5 ਮੀਟਰ ਦੀ 2.5 ਮੀਟਰ ਦਾ ਜਿਹੜਾ ਕੱਪੜਾ ਉਹ ਪਾ ਕੇ ਰੱਖਦਾ, ਮੈਂ ਸਿਆਲਾਂ ਵਿੱਚ ਵੇਦ ਦੇ ਵਿੱਚ ਹੀ ਰਹਿਣਾ, ਮੈਂ ਆਹ ਨਹੀਂ ਖਾਂਦਾ, ਮੈਂ ਉਹ ਨਹੀਂ ਪੀਂਦਾ, ਮੈਂ ਆਹ ਨਹੀਂ ਕਰਦਾ। ਉਹ ਛਲ ਕਪਟ, ਉਹ ਛਲ ਕਪਟ ਅਸੀਂ ਆਪਣੇ ਆਪ ਨਾਲ ਕਰ ਰਹੇ ਹਾਂ। ਪਰ ਜਿਸ ਵੇਲੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਕੁਛ ਨਹੀਂ, ਇਹ ਮੇਰੇ ਅੰਤਕਰਨ ਨੂੰ ਨਹੀਂ ਸਾਫ਼ ਕਰਦੀ। ਹਾਂ, ਲੋਕਾਂ ਦੇ ਸਾਹਮਣੇ ਮੈਂ ਬਹੁਤ ਧਰਮੀ ਲੱਗਦਾ, ਇਹ ਕਰਕੇ ਮੈਂ ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ ਤੇ ਲੋਕਾਂ ਨੂੰ ਵੀ ਧੋਖਾ ਦੇ ਰਿਹਾ। ਤੇ ਫਿਰ ਪਤਾ ਲੱਗਾ, ਇਸ ਕਰਕੇ ਉਸਨੇ ਕਿਹਾ ਕਿ ਦੇਖੋ ਇਹ ਲੋਕਾਂ ਦੇ ਸਾਹਮਣੇ ਖੜਾ ਹੋ ਕੇ ਦੁਆਵਾਂ ਨਹੀਂ ਕਰਦਾ ਪਿਆ, ਇਹ ਵਿਚਾਰਾ ਛੁਪ ਕੇ ਦੁਆ ਕਰਦਾ ਪਿਆ, ਇਹ ਪ੍ਰਭੂ ਦੇ ਕੋਲ ਆਪਣਾ ਛੁਟਕਾਰਾ ਮੰਗਦਾ ਪਿਆ, ਇਹ ਮਸੀਹ ਦੇ ਇੰਤਜ਼ਾਰ ਦੇ ਵਿੱਚ ਆ, ਔਰ ਉੱਥੋਂ ਸਿਵਾਏ ਪਰਮੇਸ਼ਰ ਦੇ ਉੱਤੇ ਬੈਠਾ ਹੋਰ ਕਿਸੇ ਨੇ ਉਸ ਨੂੰ ਨਹੀਂ ਦੇਖਿਆ, ਔਰ ਉਸਦੀ ਦਿਲ ਦੀ ਹਾਲਤ ਵੀ ਸਿਵਾਏ ਪ੍ਰਭੂ ਤੋਂ ਕਿਸੇ ਹੋਰ ਨੇ ਨਹੀਂ ਦੇਖੀ। ਪ੍ਰਭੂ ਯਿਸੂ ਮਸੀਹ ਮੈਨੂੰ 2 ਜਾਣੇ ਜਾਣਦੇ, ਜਿਸ ਵੇਲੇ ਮੈਂ ਆਪਣੇ ਅੰਦਰ ਦੀਆਂ ਅੱਖਾਂ ਦੇ ਨਾਲ ਆਪਣੀ ਹਾਲਤ ਦੇਖਣ ਲੱਗ ਪੈਂਦਾ, ਫਿਰ ਮੈਂ ਆਪਣੇ ਆਪ ਨੂੰ ਜਾਣਦਾ। ਦੂਸਰਾ ਪ੍ਰਭੂ ਮੈਨੂੰ ਜਾਣਦਾ, ਉਹ ਮਾਲਕ ਮੈਨੂੰ ਜਾਣ ਰਿਹਾ। ਇੱਥੇ ਦੋਨੇ ਇੱਕ ਦੂਜੇ ਦੇ ਲਾਗੇ ਆ, ਜਿਹੜੇ ਇੱਕ ਦੂਜੇ ਨੂੰ ਜਿਹੜਾ ਉਸਦੀ ਹਾਲਤ ਨੂੰ ਜਾਣਦਾ ਉਹ ਵੀ, ਤੇ ਜਿਹੜਾ ਆਪਣੀ ਹਾਲਤ ਨੂੰ ਜਾਣਦਾ ਉਹ ਵੀ। ਇਸ ਕਰਕੇ ਉਹਨੇ ਕਿਹਾ ਜਦੋਂ ਯਿਸੂ ਨੇ ਨਥਾਨੀਅਲ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤੇ ਉਸਨੇ ਕਿਹਾ, ਦੇਖੋ ਸੱਚਾ ਇਜ਼ਰਾਈਲੀ, ਇਸ ਵਿੱਚ ਕਿਸੇ ਤਰ੍ਹਾਂ ਦਾ ਛਲ ਕਪਟ ਨਹੀਂ ਹੈ। ਨਥਾਨੀਅਲ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ? ਯਿਸੂ ਨੇ ਉੱਤਰ ਦਿੱਤਾ, ਫਿਲਿਪਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਹੀ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਦੇਖਿਆ ਸੀ। ਨਥਾਨੀਅਲ ਇੱਕਦਮ ਬੋਲ ਉੱਠਿਆ, ਗੁਰੂ ਜੀ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਰਾਜਾ ਹੋ। ਯਿਸੂ ਨੇ ਉਸ ਨੂੰ ਕਿਹਾ, ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਕਿ ਮੈਂ ਤੈਨੂੰ ਇਹ ਦੱਸਿਆ ਹੈ ਕਿ ਤੂੰ ਅੰਜੀਰ ਦੇ ਰੁੱਖ ਦੇ ਥੱਲੇ ਤੇ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ। ਯਿਸੂ ਨੇ ਅੱਗੇ ਕਿਹਾ, ਮੇਰੇ ਤੇ ਵਿਸ਼ਵਾਸ ਕਰੋ, ਤੁਸੀਂ ਸਵਰਗ ਨੂੰ ਖੁੱਲਿਆ ਹੋਇਆ ਦੇਖੋਗੇ ਅਤੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਦੇ ਉੱਤੋਂ ਦੀ ਹੇਠਾਂ ਉੱਤੇ ਉਤਰਦੇ ਤੇ ਚੜ੍ਹਦੇ ਦੇਖੋਗੇ। ਸਵਰਗ ਨੂੰ ਲੱਗੀ ਉਹ ਪੌੜੀ ਪ੍ਰਭੂ ਯਿਸੂ ਮਸੀਹ ਦਾ ਸਭ ਤੋਂ ਪਹਿਲਾ ਮੈਂ ਹਾਂ।
ਜੋ ਪੰਜਾਬੀਆਂ ਦੇ ਲਈ ਇੱਥੇ ਫਿੱਟ ਹੁੰਦਾ। ਗੋਰਿਆਂ ਨੇ ਤਾਂ ਆਪਣੇ 7 ਲੱਭੇ ਹੋਣ, ਪਰ ਜਿਹੜੇ ਪੰਜਾਬੀਆਂ ਦੇ ਲਈ ਜਿਹੜੇ ਮੈਂ ਹਾਂ ਉਹ ਬਿਲਕੁਲ ਹੀ ਵੱਖਰੇ। ਔਰ ਇਹ ਪਹਿਲਾ ਯਿਸੂ ਮਸੀਹ ਦਾ ਮੈਂ ਹਾਂ, ਉਹ ਸਵਰਗ ਨੂੰ ਲੱਗੀ ਪੌੜੀ ਮੈਂ ਹਾਂ। ਔਰ ਤੁਸੀਂ ਸਵਰਗ ਦੂਤਾਂ ਨੂੰ ਆਉਂਦੇ ਜਾਂਦੇ ਆ ਦੇਖੋਗੇ। ਮੇਰੇ ਪਿਆਰੇ ਭੈਣਾਂ ਤੇ ਭਰਾਓ, ਪ੍ਰਭੂ ਦਾ ਵਚਨ ਜਿਸ ਲਈ ਅਸੀਂ ਦੇਖਦੇ ਹਾਂ ਉਹਦੀ ਸੰਪੂਰਨਤਾ ਦੇ ਵਿੱਚ, ਪ੍ਰਭੂ ਦੇ ਵਚਨ ਨੂੰ ਇਸ ਕਰਕੇ ਮੈਂ ਤੁਹਾਨੂੰ ਅੱਗੇ ਪਿੱਛੇ ਲੈ ਕੇ ਜਾਣਾ। ਅਸੀਂ ਪ੍ਰਭੂ ਦੇ ਵਚਨ ਨੂੰ ਉਹਦੀ ਸੰਪੂਰਨਤਾ ਦੇ ਵਿੱਚ ਦੇਖਦੇ ਹਾਂ, ਔਰ ਜਿਸਲੇ ਪ੍ਰਭੂ ਦੇ ਵਚਨ ਨੂੰ ਅਸੀਂ ਉਸਦੀ ਸੰਪੂਰਨਤਾ ਦੇ ਵਿੱਚ ਦੇਖਦੇ ਹਾਂ ਤਾਂ ਉਸ ਦਾ ਇੱਕ ਆਪਣਾ ਆਨੰਦ। ਪਰ ਪ੍ਰਭੂ ਨੇ ਸਾਨੂੰ ਹੁਣ ਟਾਈਮ ਦਿੱਤਾ ਇਸ ਨੂੰ ਇੰਜੋਏ ਕਰਨ ਦਾ। ਸੋ ਪ੍ਰਭੂ ਨੇ ਅੱਜ ਸਾਨੂੰ ਦਿਖਾਇਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਏ ਔਰ ਪ੍ਰਭੂ ਯਿਸੂ ਮਸੀਹ ਨੇ ਆਪਣੀ ਮਿਨਿਸਟਰੀ ਸ਼ੁਰੂ ਕੀਤੀ, ਪ੍ਰਭੂ ਯਿਸੂ ਮਸੀਹ 12 ਸਾਲ ਦੇ ਹੋਏ, ਉਹ ਸਾਰੇ ਸਮੇਂ ਅਸੀਂ ਦੇਖੇ। ਅਸੀਂ ਉਹਨਾਂ ਸਮਿਆਂ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਧਰਤੀ ਦੇ ਉੱਤੇ ਇਨਸਾਨਾਂ ਨੂੰ ਪ੍ਰਭੂ ਪਰਮੇਸ਼ਰ ਨੇ ਦੱਸਿਆ ਸੀ ਕਿ ਤੂੰ ਜਿਹਨੂੰ ਲੱਭ ਰਿਹਾ ਉਹ ਹਾਰੇ। ਉਸਨੇ ਉਸ ਬਜ਼ੁਰਗ ਨੂੰ, ਸ਼ਮਾਉਨ ਨੂੰ ਦੱਸਿਆ ਸੀ ਜਿਸ ਨੂੰ ਤੂੰ ਲੱਭ ਰਿਹਾ ਉਹ ਆ ਗਿਆ। ਉਸਨੇ ਉਸ ਬੁੱਢੀ ਹੰਨਾ ਨੂੰ ਦੱਸਿਆ ਜਿਸ ਨੂੰ ਤੂੰ ਲੱਭ ਰਹੀ ਹੈ ਉਹ ਆ ਗਿਆ। ਸੋ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਆ ਗਿਆ। ਗਮਾਲੀਅਲ ਨੂੰ ਪਤਾ ਸੀ ਉਹ, ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਰਹਿਣ ਦਿਓ। ਪਹਿਲਾਂ ਵੀ ਬਥੇਰੇ ਮਸੀਹ ਆਏ ਆ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਸੀ, ਬਥੇਰੇ ਲੋਕ ਉਹਨਾਂ ਦੇ ਪਿੱਛੇ ਲੱਗ ਗਏ, ਉਹ ਮਰ ਗਏ, ਸਭ ਕੋਈ ਖੰਡ ਪੁੰਡ ਗਿਆ। ਪਰ ਇਹ ਖੰਡ ਪੁੰਡ ਨਹੀਂ ਰਿਹਾ। ਜੇ ਤਾਂ ਇਹ ਪ੍ਰਭੂ ਦੇ ਵੱਲੋਂ ਨਾ ਹੋਇਆ ਇਹ ਵੀ ਖੰਡ ਪੁੰਡ ਜਾਣਾ, ਪਰ ਜੇ ਪ੍ਰਭੂ ਦੇ ਵੱਲੋਂ ਹੋਇਆ ਤਾਂ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਲੜਦੇ ਪਾਓਗੇ। ਜੋ ਅਸੀਂ ਕੱਲ ਪੜ੍ਹਿਆ ਸੀ, ਪਰਮੇਸ਼ਰ ਨੇ ਕਿਹਾ ਸੀ ਵਿਦੇਸ਼ੀ ਦੂਰੋਂ ਦੂਰੋਂ ਆਉਣਗੇ ਔਰ ਮੇਰੇ ਘਰ ਦੇ ਧਰਤੀ ਦੇ ਹਰ ਕੋਨੇ ਤੋਂ ਮੇਰੇ ਲੋਕ ਆਉਣਗੇ, ਹਰ ਕੌਮ ਚੋਂ ਮੇਰੇ ਲੋਕ ਆਉਣਗੇ। ਪਰ ਮੇਰੇ ਆਪਣੇ ਇਹ ਸੁੱਤੇ ਪਏ ਸੁਪਨੇ ਦੇਖਦੇ ਰਹਿੰਦੇ, ਇਹਨਾਂ ਨੂੰ ਸਜ਼ਾ ਮਿਲੇ, ਇਹਨਾਂ ਨੂੰ ਸਜ਼ਾ। And of course ਉਹਨਾਂ ਨੂੰ ਸਜ਼ਾ ਮਿਲੇ। AD 70 ਤੋਂ ਬਾਅਦ ਯਹੂਦੀ ਖੰਡ ਪੁੰਡ ਗਏ, ਜਿਸ ਲਈ ਅਸੀਂ ਉਸ ਤੋਂ ਬਾਅਦ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਹਾਂ, AD 70 ਤੋਂ ਬਾਅਦ ਜਿਹੜੇ ਰੋਮ ਦਾ ਜਿਹੜਾ ਰਾਜ ਹੋਇਆ, ਤੇ ਸਾਰੇ ਰੋਮ ਦੇ ਰਾਜ ਦੇ ਵਿੱਚ ਖਿਲਰ ਗਏ। ਔਰ ਉਸ ਤੋਂ ਬਾਅਦ ਜਿਸ ਲਈ ਰੋਮ ਦਾ ਰਾਜ ਖਤਮ ਹੋਇਆ ਤਾਂ ਬੇਸਿਕਲੀ ਸਾਰਾ ਯੂਰਪ, ਬਰਤਾਨੀਆ ਥਾਣੀ ਯੂਰਪ ਦੇ ਵਿੱਚ, ਇਹ ਜਰਮਨੀ ਦੇ ਵਿੱਚ ਜਾ ਕੇ, ਪੋਲੈਂਡ ਦੇ ਵਿੱਚ ਜਾ ਕੇ ਬਸ ਗਏ। और फिर प्रभु ने हिटलर खड़ा किया। और इन्होंने सजा मिली, पर उसके नाल प्रभु ने इन्होंने वापस, जिद्दां दानियल की पुस्तक दे विच कहा सी, बिल्कुल वो समा पूरा होने ते इन्होंने अपना देश द्वारा मिल गया 1942 ਦੇ ਵਿੱਚ। ਕਿਉਂਕਿ ਜੋ ਸਾਡੇ ਹੱਥ ਦੇ ਵਿੱਚ ਆ ਪਿਆਰੇ ਭੈਣ ਤੇ ਭਰਾਓ, ਇਹ ਇਤਿਹਾਸ ਆ, ਇਹ ਆਉਣ ਵਾਲੇ ਦਿਨਾਂ ਦਾ ਸਭ ਕੁਝ ਪ੍ਰਭੂ ਨੇ ਸਾਨੂੰ ਦੱਸ ਦਿੱਤਾ। We don't need too much। ਅਸੀਂ ਬਾਹਰ ਦੀਆਂ ਚੀਜ਼ਾਂ ਇਸ ਕਰਕੇ ਪੜ੍ਹਦੇ ਹਾਂ ਕਿ ਅਸੀਂ ਮਿਲਾਉਂਦੇ ਹਾਂ ਕਿ ਵਾਓ ਜੋ ਕੁਝ ਬਾਹਰ ਲਿਖਿਆ ਹੈ ਉਹ ਪੂਰਾ ਹੋ ਰਿਹਾ, ਇਤਿਹਾਸ ਪੂਰਾ ਹੋ ਰਿਹਾ। ਜੋ ਪ੍ਰਭੂ ਨੇ ਇਸ ਦੇ ਵਿੱਚ ਦੱਸੀਆਂ ਚੀਜ਼ਾਂ, ਜਿਸ ਤਰ੍ਹਾਂ ਕਿ ਇਹ ਲੋਕ ਵੀ ਜੋ ਕੁਝ ਨਬੀਆਂ ਨੇ ਲਿਖਿਆ ਸੀ ਉਸ ਨੂੰ ਦੇਖਦੇ ਪਏ ਸੀ ਕਿ ਪੂਰਾ ਹੋਇਆ ਕਿ ਨਹੀਂ ਹੋਇਆ। ਨਬੀ ਨੇ ਇਹ ਕਿਹਾ ਹੈ ਪੂਰਾ ਹੋਣਾ, ਪੂਰਾ ਹੋ ਗਿਆ, ਇਹਦੇ ਵਿੱਚ ਯਿਸੂ ਮਸੀਹ ਲੱਭ ਲਿਆ ਉਸ ਨੂੰ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਬਾਰੇ ਵੀ ਇਹਦੇ ਵਿੱਚ ਦੱਸਿਆ ਔਰ ਉਹ ਚੀਜ਼ਾਂ ਪੂਰੀਆਂ ਹੋ ਰਹੀਆਂ। ਸੋ ਅਸੀਂ ਜਿਸ ਵੇਲੇ ਉਸ ਨੂੰ ਪੂਰਾ ਹੁੰਦਾ ਦੇਖਦੇ ਪਏ ਹਾਂ, ਅਸੀਂ ਹੈਰਾਨ ਨਹੀਂ ਹੁੰਦੇ ਕਿ ਇਹ ਚੀਜ਼ ਕਿਉਂ ਹੋ ਰਹੀ। ਅਸੀਂ ਇਸ ਵਾਇਰਸ ਤੋਂ ਕੋਈ ਹੈਰਾਨ ਨਹੀਂ ਗੇ ਕਿ ਇਹ ਕਿਉਂ ਹੋ ਰਿਹਾ। ਸਭ ਕੁਝ ਪ੍ਰਭੂ ਦੇ ਵਚਨ ਚ ਲਿਖਿਆ ਚੀਜ਼ਾਂ ਹੋਣੀਆਂ, ਇਹ ਤੋਂ ਵੀ ਭੈੜੀਆਂ ਹੋਣੀਆਂ।
ਸਾਨੂੰ ਬਚਨ ਚ ਦੱਸਿਆ, ਰੈਵਲੇਸ਼ਨ ਦੀ ਪੋਥੀ ਪੜ੍ਹ ਲਓ, ਅਖੀਰਲੀ ਪੋਥੀ ਪੜ੍ਹ ਲਓ, ਇਹ ਚੀਜ਼ਾਂ ਹੋਣੀਆਂ ਆ। ਸਾਨੂੰ ਇਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ, ਘਬਰਾਹਟ ਨਹੀਂ ਹੁੰਦੀ, ਬਲਕਿ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਜਿਸਲੇ ਏਦਾਂ ਦੀਆਂ ਚੀਜ਼ਾਂ ਹੁੰਦੀਆਂ। ਔਰ ਕਿਸ ਤਰ੍ਹਾਂ ਇਸ ਵੇਲੇ ਕਿਹੜੇ ਸਮਿਆਂ ਦੇ ਵਿੱਚ ਵੀ ਅਸੀਂ ਲੰਘਦੇ ਪਏ, ਕਿਹੜੇ ਆ ਰਹੇ, ਸਾਨੂੰ ਬਚਨ ਚ ਦੱਸਿਆ। ਜਿੱਦਾਂ ਯਿਸੂ ਦੇ ਪਹਿਲੀ ਵਾਰੀ ਆਉਣ ਦੇ ਬਾਰੇ ਦੱਸਿਆ ਸੀ, ਏਦਾਂ ਬਿਲਕੁਲ ਦੂਜੀ ਵਾਰੀ ਆਉਣ ਦੇ ਬਾਰੇ ਦੱਸਿਆ। ਉਸ ਚੀਜ਼ ਦੇ ਲਈ ਸਾਨੂੰ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ। ਉਹਨਾਂ ਲੋਕਾਂ ਦੇ ਵਾਂਗ ਜਿਹੜੀ ਚੀਜ਼ ਤੇ ਮੈਂ ਆ ਰਿਹਾ ਹਾਂ, ਜਿਹੜੀ ਚੀਜ਼ ਅਸਲ ਚੀਜ਼ ਦੇ ਉੱਤੇ ਹੁਣ ਮੈਂ ਆ ਰਿਹਾ, ਸਾਨੂੰ ਉਸ ਸ਼ਮਾਉਨ, ਹੰਨਾ ਔਰ ਜਿਹੜੇ ਪ੍ਰਭੂ ਨੂੰ ਲੱਭ ਰਹੇ ਸੀ, यूहन्ना ਪ੍ਰਭੂ ਨੂੰ ਲੱਭ ਰਿਹਾ ਸੀ, ਉਹ ਲਗਾਤਾਰ ਬਪਤਿਸਮਾ ਦਿੰਦਾ ਆ ਰਿਹਾ ਸੀ ਕਿ ਪ੍ਰਭੂ ਉਸਨੇ ਮੇਰੇ ਤੋਂ ਬਪਤਿਸਮਾ ਲੈਣ ਆਉਣਾ। ਉਹ ਲਗਾਤਾਰ ਬੱਚਿਆਂ ਨੂੰ ਦੇਖ ਰਿਹਾ ਸੀ ਕਿ ਪ੍ਰਭੂ ਨੇ ਬਚਪਨ ਦੇ ਵਿੱਚ ਮੈਨੂੰ ਆਪਣਾ ਆਪ ਦਿਖਾਉਣਾ। ਉੱਥੇ ਕਾਫੀ ਸਮਝਦਾਰ ਬਜ਼ੁਰਗ ਬੈਠੇ ਹੋ ਸੀਗੇ ਜਿਨ੍ਹਾਂ ਨੂੰ ਪਤਾ ਸੀਗਾ ਕਿ ਯਸ ਕੁਛ ਹੋ ਰਿਹਾ, ਔਰ ਜਿਸ ਲਈ ਉਹ ਆਇਆ ਤੇ ਉਹਨਾਂ ਨੇ ਖੁਸ਼ੀ ਮਨਾਈ। उसने क्या कि तू मसीह, तू राजा है, तू आ गया। इसी तरह सामने भी दसियां चीज़ां, और हर निशानात से सानू खुश होना चाहिए। क्या गया ये चीज़ां जो कुछ हो रही हैं, ਉਹਦੇ ਪੈਰਾਂ ਦੀ ਧਮਕ ਉਹ ਆ ਰਿਹਾ, ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਉਹ ਆ ਰਿਹਾ। ਆਪਣੇ ਆਪ ਨੂੰ ਤਿਆਰ ਕਰੋ, ਅੰਦਰ ਨੂੰ ਦੇਖੋ, ਉਸ ਬਦਬੂ ਨੂੰ ਸੁੰਘਣ ਦੀ ਕੋਸ਼ਿਸ਼ ਕਰੋ ਜੋ ਸਾਡੇ ਅੰਦਰ ਆ, ਔਰ ਉਸ ਮਾਲਕ ਦੇ ਕੋਲ ਲੈ ਕੇ ਜਾਓ। ਉਸਨੂੰ ਕਹੋ ਕਿ ਤੇਰੇ ਤੋਂ ਸਿਵਾਏ ਮੈਨੂੰ ਬਚਾ ਕੋਈ ਨਹੀਂ ਸਕਦਾ। ਔਰ ਜਿਸ ਵੇਲੇ ਜੇ ਅਸੀਂ ਹਾਲਾਤਾਂ ਵੱਲ ਦੇਖਦੇ ਆਈਏ ਆਲੇ ਦੁਆਲੇ, ਉਹ ਤਾਂ ਸੇਮ ਅਸੀਂ ਕੋ ਪਹਿਲੇ ਨਹੀਂ ਜਿਨ੍ਹਾਂ ਦੇ ਨਾਲ ਕੋਈ ਚੀਜ਼ ਖਾਸ ਹੋ ਰਹੀ ਹੈ। ਜੇ ਅਸੀਂ ਭਾਰੇ ਸਮੇਂ ਦੇ ਵਿੱਚ ਵੀ ਗੁਜ਼ਰਦੇ ਹਾਂ, ਅਸੀਂ ਪਹਿਲੇ ਨਹੀਂ ਗਏ। ਅਸੀਂ ਇਕੱਲੇ ਨਹੀਂ ਗਏ। ਜਿਹੜੀਆਂ ਉਹ ਚੀਜ਼ਾਂ ਹੋ ਰਹੀਆਂ, ਹਾਂ ਉਸ ਦੇ ਲਈ ਵੀ ਪ੍ਰਭੂ ਨੇ ਸਾਨੂੰ ਸਹਾਰਾ ਦਿੱਤਾ ਹੈ। ਉਸ ਦੇ ਲਈ ਉਸਨੇ ਕਿਹਾ ਹੈ ਥੱਕੇ ਦੇ ਬੋਝ ਦੇ ਥੱਲੇ ਦੱਬੇ ਹੋਏ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਉਸਨੇ ਕਿਹਾ ਹੈ ਕਿ ਮੈਂ ਤੁਹਾਨੂੰ ਸ਼ਾਂਤੀ ਦਊਂਗਾ, ਮੈਂ ਤੁਹਾਨੂੰ ਆਪਣੀ ਸ਼ਾਂਤੀ ਦਊਂਗਾ। ਇਸ ਦੁਨੀਆ ਦੇ ਵਿੱਚ ਤੁਸੀਂ ਦੁੱਖ ਪਾਓਗੇ, ਪਰ ਮੈਂ ਇਸ ਦੁਨੀਆ ਨੂੰ ਜਿੱਤ ਲਿਆ। ਪਰ ਜਿਹੜੀ ਮੇਨ ਚੀਜ਼ ਆ ਉਹ ਹੈ ਅੰਤਕਰਨ, ਸਾਡਾ ਅੰਦਰ। ਸਾਨੂੰ ਉਸ ਦੇ ਵੱਲ ਝਾਤੀ ਮਾਰਨੀ ਪੈਣੀ, ਉਸ ਦੇ ਵੱਲ ਆਪਣਾ ਧਿਆਨ ਲੈ ਕੇ ਜਾਣਾ ਪੈਣਾ। ਔਰ ਉੱਥੋਂ ਜਿਸਲੇ ਅਸੀਂ ਮਸੀਹ ਦੇ ਵੱਡੇ ਕੰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਾਂਗੇ ਤਾਂ ਉੱਥੋਂ ਇੱਕ ਖੁਸ਼ੀ ਪੈਦਾ ਹੁੰਦੀ ਹੈ, ਔਰ ਉਸਨੂੰ ਕਿਹਾ ਜਾਂਦਾ ਮੁਕਤੀ ਦੀ ਖੁਸ਼ੀ। ਔਰ ਜਿਹੜੀ ਮੁਕਤੀ ਦੀ ਖੁਸ਼ੀ ਆ ਉਹ ਤੁਹਾਨੂੰ ਬਹੁਤ ਸਾਰੇ ਦੁੱਖ ਝੱਲਣ ਦੇ ਲਈ, ਦੁੱਖ ਆਉਂਦੇ ਦੁੱਖ ਜਾਂਦੇ ਆ, ਲੇਕਿਨ ਉਹ ਇੱਕ ਆਨੰਦ ਜਿਹੜਾ ਤੁਹਾਡੇ ਨਾਲ ਬਣਿਆ ਰਹੇ, ਉਹ ਇੱਕ ਅਜੀਬ ਖੁਸ਼ੀ ਜਿਹੜੀ ਬਣ ਜਾਂਦੀ, ਉਹ ਜਿਹੜੀ ਘਰ ਜਾਣ ਦੀ ਖੁਸ਼ੀ ਬਣ ਜਾਂਦੀ। That's something else. ਕੱਲ ਨੂੰ ਸੇਮ ਟਾਈਮ ਆਪਾਂ ਦੁਬਾਰਾ ਮਿਲਾਂਗੇ ਔਰ ਪ੍ਰਭੂ ਦੇ ਵਚਨ ਦੇ ਵਿੱਚੋਂ ਸਵਰਗੀ ਚੀਜ਼ਾਂ ਜੋ ਹੋ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਦੇਖ। ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਇਸ
महान तेरे महान काम दे मेरे प्यारे पुत्र, अपने प्यारे पुत्र नूं प्रभु जी तू सानू दिता। वो अपनियां दे विच आया, अपनियां ने विश्वास ना किया, पर जिन्नियां ने उसनूं स्वीकार किया उन्होंने उसने परमेश्वर की संतान दा अधिकार दिता। प्यारे प्रभु तेरा शुक्र कर इस चीज ते। खुदावन साडे अंतकरण जो प्रभु जी धरती दियां नीहां रखण तो बाद ही पाप दी अपनी एक हजूरी इस दुनिया दे विच आ गई सी, साडी जिंदगी दे विच आ गई सी प्रभु जी, और जिसनूं असीं टक्कण दी लुकाउण दी कोशिश करते रहे। वो तो प्रभु जी सिर्फ असीं अपने मन नूं मनाउंदे सी, पर खुदावंद इस ते उत्ते किरपा तू ही कीती। अपने वादे के अनुसार प्रभु जी तू अपना पुत्र दिता, उस सलीब दे उत्ते, और इस पाप ने उसकी अड्डी नूं टंगिया और उसने इसकी सिरी फेरी, ताकि असीं प्रभु जी तेरे हो सके। तेरा शुक्र करते हैं उस पौड़ी दे लई जो स्वर्ग और धरती दे गब्बे तू लाई सलीब दे रूप दे विच, जिस दे राही प्रभु जी असीं कर जा वो दरवाजा जिहड़ा तू खोलिया, जिस दे राही असीं कर जा। मेरे प्यारे प्रभु, मेरे भैणा भरावां दे नाल बनिया रही। मेरी इहो ही दुआ कि तू अपने लोकां नूं अपनी मुक्ति की खुशी दे। असीं इस चीज नूं प्रभु जी बहुत छोटा करके लै लेने, और इस करके असीं इसका आनंद नहीं लै सकते। साडा ध्यान दुनियावी चीजां दे विच जा पड़दा, और तेरा शुक्र तू सब कुछ देना, पर प्रभु जी उन्हां छोटियां छोटियां चीजां दे कारण असीं बड़ी खुशी जो साडे अंदर असीं उस नूं गवा बैठे, उस तो बाद साडा ध्यान ही नहीं जांदा। सो इन्हां दिनां दे विच जद असीं तेरे वचन दे नूं देखदे पए खुदावंद, असीं उन्हां चीजां वल अपना ध्यान रख के चलीए, और तेरी मुक्ति दे आनंद दे नाल भरे। और प्रभु जी तेरी राखी, तेरे रास्ते, तेरी आत्मा, तेरी निगाहबानी तो बगैर ऐसी नहीं कर सकते। सो प्यारे प्रभु, सानू चार चफेरियों तक साडे अगे पिछे सज्जे खब्बे तेरी राखी, तेरा रहम लगा। छोटा रास्ता जो तू बन के आया प्रभु जी, जो स्वर्ग में जांदा, उस दे उत्ते प्रभु जी तू साडे पैर सानू खब्बे सज्जे ना मोड़। साडियां अखां प्रभु जी घर ते लगियां, पवित्र आत्मा दे नाल प्रभु जी तू सानू अंदरों पा। प्यारे बाप तेरी निगाहबानी मैं अपने आप और अपने भैन भरावां नूं प्रभु जी तेरे पवित्र हत्थां विच सौंपदा। कल तक जदों असीं दुआरा मिलीए तेरी बरकत साडे मसीह यीशु दे मिठे और प्यारे नाम दे विच और सारे भैन भरा के ब्लेस यू। प्रभु तुहानूं बरकत दे। कल सेम टाइम मिलांगे। स्वर्ग दे विच जिहड़ियां चीज़ां स्वर्गी चीज़ां उन्हां दे विच जिहड़ियां हो रहीआं उन्हां दी गल प्रभु दी बरकत तुहाडे सब दे नाल बने। खुश रहो।